ਦਿੱਲੀ 'ਚ ਜੋ ਕੁਝ ਹੋਇਆ, ਪੱਤਰਕਾਰ ਭਾਈਚਾਰੇ ਤੋਂ ਕਿੰਨੇ ਬੰਦੇ ਅੰਦਰ ਦੇ ਤੇ, ਉਹਨਾਂ ਦਾ ਕੀ ਕਸੂਰ ਸੀ ਕਿ ਉਹਨਾਂ ਨੇ ਸੱਚ ਦਿਖਾਇਆ। ਜੇ ਗਵਰਨਮੈਂਟ ਗਲਤ ਨਹੀਂ ਸੀ, ਗਵਰਨਮੈਂਟ ਕਹਿੰਦੇ ਕਿ ਨਹੀਂ ਗਲਤ ਨਹੀਂ ਸੀ ਅਸੀਂ, ਫਿਰ ਸਾਨੂੰ ਜਾਣ ਤੋਂ ਕਿਉਂ ਰੋਕਿਆ ਸੀ? ਪਰ ਹੁਣ ਤੁਹਾਨੂੰ ਨਹੀਂ ਲੱਗਦਾ ਕੁਝ ਅਜਿਹਾ ਲੈਣਾ ਚਾਹੀਦਾ ਫੈਸਲਾ ਜਿਹਦੇ ਨਾਲ ਸਰਕਾਰ ਜਿਹੜੀ ਹਿੱਲੇ, ਸੁੱਤੀ ਸਰਕਾਰ ਜਾ ਕੇ, ਕਿਉਂਕਿ ਸਰਕਾਰ ਤਾਂ ਜਿਹੜਾ ਆਪਣਾ ਤਸ਼ੱਦਦ ਉਹ ਲਗਾਤਾਰ ਵਧਾਉਂਦੀ ਜਾ ਰਹੀ ਆ। ਪੰਜਾਬ 'ਚ ਵੀ ਪਹਿਲਾਂ ਹੋਇਆ, ਪਿਛਲੀਆਂ ਸਰਕਾਰਾਂ 'ਚ ਵੀ, ਕਿ ਕਿਸੇ ਦਾ ਬੰਦਾ ਮਰ ਜੇ ਉਹਨੂੰ ਇੱਕ ਸਰਕਾਰੀ ਨੌਕਰੀ ਤੇ ਇੱਕ ਮੁਆਵਜ਼ਾ। ਜਿਹੜੀ ਮਾਂ ਦਾ ਪੁੱਤ ਚਲਾ ਗਿਆ, ਉਹ ਦੱਸੋ ਉਹ ਮੁਆਵਜ਼ੇ ਨਾਲ ਕਿੱਦਾਂ, ਪੈਸੇ ਨਾਲ ਕੀ ਕੰਮ ਲੈ ਲਓ, ਕੀ ਹੱਲ ਕਰ ਲਓਗੇ ਜੀ? ਕੀ ਲੱਗਦਾ ਕਿ ਸਰਕਾਰ ਜਿਹੜੀ ਆ ਉਹ ਕਦੋਂ ਤੱਕ ਦਬੂਗੀ, ਕਦੋਂ ਤੱਕ ਇਹ ਕਾਨੂੰਨ ਵਾਪਸ ਹੋ ਜਾਊਗਾ, ਕਦੋਂ ਤੱਕ ਸਾਡੇ ਕਿਸਾਨਾਂ ਨੂੰ ਜਿਹੜਾ ਸੜਕਾਂ ਤੇ ਰੁਲਣਾ ਪੈਣਾ? ਦੇਖੋ, ਸਰਕਾਰ ਦਾ ਧੱਕਾ ਅੱਜ ਦਾ ਤੇ ਹੈ ਨਹੀਂ, ਹੈ ਨਾ। ਇਹ ਬੜੇ ਚਿਰ ਤੋਂ ਚੱਲਦਾ ਆ ਰਿਹਾ। ਹੁਣ ਕਿਸਾਨਾਂ ਦੇ ਨਾਂ ਤੇ ਇਹਨਾਂ ਨੇ ਕਰੋਨਾ ਦੀ ਆੜ ਦੇ ਵਿੱਚ ਬਿੱਲ ਪਾਸ ਕਰਤੇ, ਰਾਈਟ। ਲੋਕਾਂ ਨੂੰ, ਕਿਉਂਕਿ ਉਹਨਾਂ ਨੂੰ ਪਤਾ ਕਿ ਪੰਜਾਬੀ ਐਸੀ ਕੌਮ ਆ ਜਿਹੜੀ ਟੱਕਰ ਲੈ ਸਕਦੀ ਆ, ਹੋਰ ਕੋਈ ਕੌਮ ਨਹੀਂ ਟੱਕਰ ਲੈ ਸਕਦੀ। ਪੰਜਾਬ ਦੀਆਂ ਜਿਹੜੀਆਂ ਔਰਤਾਂ ਹੁਣ ਅਸਲ 'ਚ ਮਾਈ ਭਾਗੋ ਬਣ ਚੁੱਕੀਆਂ ਔਰ ਪੰਜਾਬ ਦੇ ਯੋਧੇ ਉਹ ਤਾਂ ਹੈ ਹੀ ਹਰੀ ਸਿੰਘ ਨਲੂਏ। ਤੇ ਇਸ ਕਰਕੇ ਹੁਣ ਸੈਂਟਰ ਗਵਰਨਮੈਂਟ ਡਰੀ ਹੋਈ ਅੰਦਰੋਂ। ਹਾਂਜੀ, ਤੁਸੀਂ ਦੇਖ ਰਹੇ ਹੋ ਜਿੰਦਾਬਾਦ ਚੈਨਲ ਤੇ ਮੈਂ ਅਮਨਦੀਪ ਸਿੰਘੜੀ। ਉਮੀਦ ਕਰਦੇ ਆ ਸਭ ਠੀਕ ਠਾਕ ਹੋਵੋਗੇ। ਸੋ ਅੱਜ ਅਸੀਂ ਪਹੁੰਚੇ ਹਾਂ ਸ਼ਹੀਦਾਂ ਗੁਰਦੁਆਰੇ ਦੇ ਬਾਹਰ। ਸ਼ਹੀਦਾਂ ਗੁਰਦੁਆਰੇ ਦੇ ਬਾਹਰ ਲਗਾਤਾਰ ਕਿਸਾਨੀ ਧਰਨੇ ਦੀ ਹਮਾਇਤ ਵਿੱਚ ਇੱਥੇ ਜਿਹੜੇ ਕਿਸਾਨ ਸੰਘਰਸ਼ ਕਰ ਰਹੇ। ਇੱਕ ਪਾਸੇ ਦਿੱਲੀ ਬਰੂਹਾਂ ਦੇ ਉੱਤੇ ਸੰਘਰਸ਼ ਚੱਲ ਰਿਹਾ ਤੇ ਦੂਸਰੇ ਪਾਸੇ ਕਿਸਾਨ ਜਿਹੜੇ ਆ ਉਹ ਪੰਜਾਬ ਦੇ ਵਿੱਚ ਵੱਖੋ ਵੱਖਰੇ ਥਾਵਾਂ ਉੱਤੇ ਟੂਲ ਟੈਕਸਾਂ ਦੇ ਉੱਤੇ, ਚੌਂਕਾਂ ਦੇ ਵਿੱਚ, ਪਿੰਡਾਂ ਦੇ ਮੋੜਾਂ ਤੇ, ਜਿੱਥੇ ਵੀ ਉਹਨਾਂ ਨੂੰ ਲੱਗਦਾ ਆ ਵੀ ਲੋਕਾਂ ਤੱਕ ਇਹ ਸੰਦੇਸ਼ ਪਹੁੰਚਾਇਆ ਜਾਵੇ ਕਿ ਕਿਸਾਨੀ ਜਿਹੜਾ ਅੰਦੋਲਨ ਆ ਉਹ ਬਿਲਕੁਲ ਸਹੀ ਕਰ ਰਹੇ ਆ, ਉੱਥੇ ਖੜ ਕੇ ਲੋਕ ਜਿਹੜੇ ਆ ਉਹ ਲਗਾਤਾਰ ਹਮਾਇਤ ਕਰ ਰਹੇ ਆ। ਖਾਸ ਕਰਕੇ ਗੱਲ ਚੰਡੀਗੜ੍ਹ, ਮੋਹਾਲੀ ਵਰਗੇ ਸ਼ਹਿਰ ਦੀ ਕਰੀਏ, ਜਿੱਥੇ ਦੇ ਲੋਕਾਂ ਨੂੰ ਕਿਹਾ ਜਾਂਦਾ ਸੀਗਾ ਕਿ ਪੱਥਰਾਂ ਦਾ ਸ਼ਹਿਰ ਆ, ਇੱਥੇ ਜਿਹੜੇ ਲੋਕ ਆ ਉਹਨਾਂ ਵਿੱਚ ਦਿਲ ਨਹੀਂ ਹੈਗਾ ਆ। ਤਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਇੱਥੇ ਦੇ ਲੋਕਾਂ ਨੇ ਦੱਸ ਦਿੱਤਾ ਆ ਕਿ ਜਿਹੜਾ ਚੰਡੀਗੜ੍ਹ ਦੇ ਵਿੱਚ ਵੀ ਦਿਲ ਵਸਦੇ ਆ, ਇੱਥੇ ਵੀ ਇਨਸਾਨ ਵਾਸਤੇ, ਇੱਥੇ ਪੰਜਾਬੀਅਤ ਜਿਹੜੀ ਆ ਉਹ ਜਿੰਦਾ ਆ। ਸੋ ਸਾਡੇ ਨਾਲ ਇੱਥੇ ਵੀਰ ਜੁੜੇ ਹੋਏ ਆ, ਗੱਲਬਾਤ ਕਰਾਂਗੇ, ਕਿਸਾਨੀ ਅੰਦੋਲਨ ਬਾਰੇ ਜਾਣਾਂਗੇ ਕਿ ਹੁਣ ਕਾਫੀ ਲੰਬਾ ਸਮਾਂ ਹੋ ਗਿਆ, ਕਿਸ ਤਰ੍ਹਾਂ ਦੀ ਟੈਨਸ਼ਨਸ ਬਣ ਰਹੀਆਂ ਮਨ ਦੇ ਵਿੱਚ, ਕੀ ਉਮੀਦ ਕਰਦੇ ਆਉਣ ਵਾਲੇ ਸਮੇਂ ਵਿੱਚ ਕੀ ਹੋਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਸਵਾਗਤ ਹੈ ਵੀਰ ਸਾਡੇ ਚੈਨਲ ਉੱਤੇ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਇੱਥੇ ਆਉਣ ਤੋਂ। ਸਭ ਤੋਂ ਪਹਿਲਾਂ ਵੀਰ ਤੁਸੀਂ ਵਧਾਈ ਦੇ ਪਾਤਰ ਹੋ ਜੀ ਕਿ ਐਡਾ ਲੰਬਾ ਅੰਦੋਲਨ ਜਿਹੜਾ 10 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਤੇ ਬਿਲਕੁਲ ਸ਼ਾਂਤਮਈ ਚੱਲ ਰਿਹਾ। ਇੱਕ ਪਾਸੇ ਕਿਸਾਨਾਂ ਦਾ ਸਬਰ, ਦੂਸਰੇ ਪਾਸੇ ਸਰਕਾਰ ਦਾ ਜ਼ਬਰ, ਉਹਨੂੰ ਟੱਕਰ ਦਿੰਦੇ ਹੋ ਤੁਸੀਂ ਲਗਾਤਾਰ ਜਿਹੜੇ ਆ ਖੜੇ ਹੋ। ਪਰ ਵੀਰ ਸਵਾਲ ਇਹ ਹੈ ਜੀ ਉੱਠਦਾ ਕਿ ਜੇ ਇਸੇ ਤਰ੍ਹਾਂ ਜ਼ੁਲਮ ਵੱਧਦਾ ਗਿਆ ਤਾਂ ਜਿਹੜੇ ਨੌਜਵਾਨ ਉਹ ਕਦੋਂ ਤੱਕ ਸ਼ਹੀਦੀਆਂ ਦੇਊਗੇ, ਮਾਵਾਂ ਦੀਆਂ ਕੁੱਖਾਂ ਕਦੋਂ ਤੱਕ ਖਾਲੀ ਹੋਣਗੀਆਂ? ਦੇਖੋ ਜੀ, ਪਹਿਲਾਂ ਤਾਂ ਆਪਾਂ ਦੱਸੇ ਵੀ ਹਾਂ ਚਲੋ ਸਾਨੂੰ ਇੱਕ ਲਗਭਗ ਸਾਲ ਹੋ ਚੱਲਿਆ, 10 ਮਹੀਨੇ ਤੋਂ ਤਾਂ ਅਸੀਂ ਇੱਥੇ ਧਰਨੇ ਤੇ ਬੈਠੇ ਹਾਂ। ਬਟ ਰਹੀ ਗੱਲ ਜੇ ਆਪਾਂ ਕਹੀਏ ਵੀ ਨੌਜਵਾਨ ਕਦੋਂ ਤੱਕ ਸ਼ਹੀਦੀਆਂ ਦੇਣਗੇ, ਦੇਖੋ ਜੀ ਇਹ ਜਿਹੜਾ ਅੰਦੋਲਨ ਚੱਲ ਰਿਹਾ ਨਾ, ਇਹ ਚੱਲੇ ਇਸੇ ਸ਼ਰਤ ਤੇ ਰਿਹਾਗਾ ਕਿ ਆਪਾਂ ਸ਼ਾਂਤਮਈ ਢੰਗ ਨਾਲ ਅੰਦੋਲਨ ਚਲਾ ਰਹੇ ਹਾਂ, ਠੀਕ ਹੈ ਨਾ। ਤੇ ਉਮੀਦ ਕਰਦੇ ਹਾਂ ਕਿ ਅੱਗੇ ਵੀ ਅਸੀਂ ਜਿੰਨਾ ਹੋ ਸਕੇ ਅਸੀਂ ਆਪਣੇ ਵੱਲੋਂ ਸ਼ਾਂਤਮਈ ਢੰਗ ਨਾਲ ਹੀ ਚਲਾਵਾਂਗੇ। ਦੇਖੋ ਜਦੋਂ ਅੰਦੋਲਨ ਹੋਣਾ ਹੈ ਨਾ, ਇਹ ਜ਼ੁਲਮ ਤਾਂ ਸਰਕਾਰਾਂ ਨੇ ਕਰਨੇ ਨੇ, ਇਹਨੂੰ ਆਪਾਂ ਪਹਿਲਾਂ ਤੋਂ ਹੀ ਵਾਕਫ ਸੀਗੇ, ਕਿਉਂਕਿ ਸ਼ੁਰੂ ਤੋਂ ਹੁੰਦਾ ਆਇਆ ਕਿ ਜਦੋਂ ਵੀ ਕਿਸੇ ਜ਼ੁਲਮ ਦੇ ਖਿਲਾਫ ਆਵਾਜ਼ ਉੱਠਦੀ ਹੈ ਤਾਂ ਉਹਨੂੰ ਦਬਾਉਣ ਲਈ ਨਾ ਕਿ ਜ਼ਾਲਮ ਹੈ ਜੋ ਉਹ ਜ਼ੁਲਮ ਤਾਂ ਕਰਦਾ ਹੈ। ਤੇ ਤੁਸੀਂ ਕਹਿੰਦੇ ਵੀ ਕਦੋਂ ਤੱਕ ਸੌਂਗੇ, ਦੇਖੋ ਅਸੀਂ ਆਪਣੇ ਵੱਲੋਂ ਹੁਣ ਤੱਕ ਪੂਰੇ ਹੌਸਲੇ ਨਾਲ, ਪੂਰੇ ਧੈर्य ਨਾਲ ਬੈਠੇ ਹਾਂ ਤੇ ਅੱਗੇ ਵੀ ਉਮੀਦ ਕਰਾਂਗੇ ਕਿ ਜਿੰਨਾ ਚਿਰ ਸਾਨੂੰ ਸੰਯੁਕਤ ਮੋਰਚਾ ਜਿਵੇਂ ਦੱਸਦਾ ਰਹੇਗਾ ਅਸੀਂ ਉਵੇਂ ਚੱਲਦੇ ਰਹਾਂਗੇ। ਅਸੀਂ ਆਪਣੇ ਵੱਲੋਂ ਕਦੇ ਵੀ ਕੋਈ ਕਾਨੂੰਨ ਹੱਥ 'ਚ ਲੈਣ ਦੀ ਕੋਸ਼ਿਸ਼ ਨਹੀਂ ਕਰਾਂਗੇ ਜੀ, ਇਹ ਸਾਡੀ ਮੇਨ ਗੱਲ ਹੈ। ਵੀਰ ਇੱਕ ਬਹੁਤ ਜ਼ਿਆਦਾ ਸਵਾਲ ਉੱਠਦਾ ਹੈ ਕਿ ਉਹ ਜਿਹੜਾ ਪੰਜਾਬ ਦਾ ਬੈਕਗਰਾਊਂਡ ਉਹ ਖੇਤੀ ਦੇ ਨਾਲ ਜੁੜਿਆ ਹੋਇਆ ਆ ਤੇ ਜਿਸ ਤਰ੍ਹਾਂ ਕਿਸਾਨੀ ਅੰਦੋਲਨ ਉੱਠਿਆ ਇੱਕ ਜਨ ਅੰਦੋਲਨ ਬਣ ਗਿਆ, ਹਰ ਵਰਗ ਦਾ ਜਿਹੜੇ ਲੋਕ ਆ ਉਹ ਕਿਸਾਨੀ ਅੰਦੋਲਨ ਨੂੰ ਸਪੋਰਟ ਕਰਨ ਲੱਗ ਗਏ, ਚਾਹੇ ਉਹ ਕੋਈ ਵੀ ਨੌਕਰੀ ਕਰਦੇ ਹੋਣ, ਚਾਹੇ ਕਿੱਤੇ ਨਾਲ ਸੰਬੰਧ ਰੱਖਦੇ ਹੋਣ। ਪਰ ਜ਼ਿਆਦਾਤਰ ਸਰਕਾਰ ਦੇ ਕਿ ਜਿਹੜੇ ਕੁਝ ਨੁਮਾਇੰਦੇ ਹੁੰਦੇ ਜਾਂ ਕਹਿ ਦਈਏ ਜਿਹੜੇ ਵਿਚੋਲਗਿਰੀਆਂ ਵਿੱਚ ਕਰਦੇ, ਉਹ ਬਹੁਤ ਵੱਡੇ ਸਵਾਲ ਕਰਦੇ ਆ, ਲੈ ਤਾਂ ਉਹ ਬਿਜ਼ਨਸ ਕਰਦੇ ਆ, ਨੌਕਰੀਆਂ ਕਰਦੇ ਆ, ਇਹ ਤਾਂ ਕਿਹੜਾ ਕਿਸਾਨ ਆ, ਇਹ ਤਾਂ ਮਤਲਬ ਕਿ ਵਿਰੋਧੀ ਪਾਰਟੀਆਂ ਦੇ, ਕਾਂਗਰਸ ਵਰਗੀਆਂ ਪਾਰਟੀਆਂ ਇਸ ਤਰ੍ਹਾਂ ਨਾਮ ਲੈ ਦਿੰਦੇ। ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਪਤਾ ਕੀ ਹੈ ਜੀ, ਇਹ ਤਾਂ ਵਿਰੋਧੀ ਪਾਰਟੀਆਂ ਨੇ ਤਾਂ ਦੇਖੋ ਮੁੱਦਾ ਚਾਹੀਦਾ, ਚਲੋ ਇਹਨਾਂ ਨੇ ਕਹਿਣਾ ਹੈਗਾ, ਕੋਈ ਗੱਲ ਨਹੀਂ ਕਹਿਣ ਦਿਓ। ਬਟ ਜਿਹੜੀ ਗੱਲ ਤੁਸੀਂ ਕਹੀ ਹੈ ਵੀ ਕਿਸਾਨ ਤਾਂ ਸ਼ੁਰੂਆਤ ਤੋਂ ਕਹਿੰਦੇ ਸੀਗੇ ਵੀ ਕਿਸਾਨ ਚੱਲੇ ਨੇ ਸਿਰਫ, ਕਿਉਂਕਿ ਪੰਜਾਬ ਤੋਂ ਇਹ ਅੰਦੋਲਨ ਸ਼ੁਰੂ ਹੋਇਆ ਸੀਗਾ, ਕਿਉਂਕਿ ਪੰਜਾਬ ਤੋਂ ਹੀ ਸਭ ਤੋਂ ਜ਼ਿਆਦਾ ਪਹਿਲਾਂ ਪੰਜਾਬ ਨੇ ਹੀ ਮੋਹਰਾ ਚੱਕਿਆ ਸੀਗਾ ਇਹਦਾ ਕਿ ਹਾਂ, ਕਿਉਂਕਿ ਜ਼ਮੀਨਾਂ ਦਾ ਮਸਲਾ ਸੀਗਾ, ਇਹ ਜ਼ਮੀਨਾਂ ਦੇ ਨਾਲ ਰੋਟੀ ਦਾ ਮਸਲਾ ਸੀਗਾ ਇਹ, ਤੇ ਉਹ ਰੋਟੀ ਇਕੱਲਾ ਕਿਸਾਨ ਨਹੀਂ ਖਾਂਦਾ ਹੈਗਾ।
ਉਹ ਰੋਟੀ ਪੂਰੇ ਜੋ ਵੀ ਲੋਕ ਨੇ ਪੂਰੇ ਇੰਡੀਆ ਤੋਂ ਜਾਂ ਪੂਰੇ ਸੰਸਾਰ ਦੇ ਲਾ ਦੀ ਉਹ ਸਾਰੇ ਰੋਟੀ ਖਾਂਦੇ ਨੇ। ਤਾਂ ਮੁੱਦਾ ਜ਼ਰੂਰ ਕਿਸਾਨਾਂ ਨੇ ਚੱਕਿਆ ਸੀ, ਪਰ ਅੱਗੇ ਰਲੇ ਉਹਦੇ ਨਾਲ ਕਿਸਾਨਾਂ ਦੇ ਨਾਲ ਮਜ਼ਦੂਰ ਵੀਰ ਵੀ ਨੇ, ਦੁਕਾਨਦਾਰ ਭਾਈ ਵੀ ਨੇ, ਜਿਹੜੇ ਆਪਣਾ ਆੜਤੀਏ ਨੇ ਉਹ ਵੀ ਰਲੇ ਨੇ, ਜਾਂ ਜਿਹੜੇ ਵੀ ਸਰਕਾਰੀ ਮੁਲਾਜ਼ਮ ਨੇ ਉਹ ਵੀ ਰਲੇ ਨੇ, ਕਿਉਂਕਿ ਰੋਟੀ ਸਭ ਨੇ ਖਾਣੀ ਹੈ। ਠੀਕ ਹੈ ਨਾ, ਰੋਟੀ ਸਭ ਨੇ ਖਾਣੀ ਹੈ। ਇਹ ਐ ਨਹੀਂ ਵੀ ਇਕੱਲੇ ਕਿਸਾਨ ਨੇ ਰੋਟੀ ਖਾਣੀ ਹੈ। ਕਿਸਾਨ ਦਾ ਫੇਰ ਵੀ ਸਰ ਜਾਏਗਾ, ਜਿਹਦੇ ਕੋਲ ਕੋਈ 1 ਕਿੱਲਾ ਜ਼ਮੀਨ ਦਾ, ਅੱਧਾ ਕਿੱਲਾ ਜ਼ਮੀਨ ਦਾ, ਕਿਸਾਨ ਉਹਦੇ 'ਚੋਂ ਅੰਨ ਉਗਾ ਕੇ ਆਪਣਾ ਪੇਟ ਭਰਨ ਜੋਗਾ ਹੋ ਜਾਏਗਾ ਔਖਾ ਸੌਖਾ। ਪਰ ਜਿਹੜੇ ਬਾਕੀ ਮੁਲਾਜ਼ਮ ਵੀਰ ਨੇ ਜਾਂ ਨੌਕਰੀਆਂ ਕਰਨ ਵਾਲੇ ਜੋ ਵੀ ਨੇ, ਉਹਨਾਂ ਨੂੰ ਮਜ਼ਦੂਰ ਵੀਰਾਂ ਨੂੰ ਔਖੀ ਹੋ ਜਾਣਾ, ਕਿਉਂਕਿ ਉਹਨਾਂ ਨੇ ਦਿਹਾੜੀ ਕਰਕੇ ਖਾਣਾ ਹੈਗਾ। ਠੀਕ ਹੈ ਨਾ, ਇਹ ਇਸ ਕਰਕੇ ਵੀ ਇਹ ਤਾਂ ਜਨ ਅੰਦੋਲਨ ਤਾਂ ਹੁਣ ਤਾਂ ਹੀ ਬਣਿਆ ਹੋਇਆ ਪੂਰੇ ਇੰਡੀਆ 'ਚ। ਪਹਿਲਾਂ ਸ਼ੁਰੂਆਤੀ 'ਚ ਰੌਲਾ ਪਾਇਆ ਸੀ ਕਿ ਥੋੜ੍ਹੇ ਜਿਹੇ ਬੰਦੇ ਪੰਜਾਬ ਤੋਂ ਨੇ, ਥੋੜ੍ਹੇ ਜਿਹੇ ਹਰਿਆਣੇ ਤੋਂ ਨੇ, ਉਹ ਗੱਲਾਂ ਹੁਣ ਪਿੱਛੇ ਰਹਿ ਚੁੱਕੀਆਂ ਗਈਆਂ। ਇਹ ਪੂਰੇ ਇੰਡੀਆ ਦਾ ਅੰਦੋਲਨ ਬਣ ਚੁੱਕਿਆ, ਕਿਉਂਕਿ ਲਾਸਟ ਵੀਕ ਤੁਸੀਂ ਦੇਖਿਆ ਹੈਗਾ ਕਿ ਮਹਾਰਾਸ਼ਟਰ ਬੰਦ ਦਾ ਸੱਦਾ ਉੱਥੋਂ ਦੀ ਗਵਰਨਮੈਂਟ ਨੇ ਦਿੱਤਾ ਸੀ ਖੁਦ, ਤੇ ਪੂਰੀ ਤਰ੍ਹਾਂ ਉਹਨਾਂ ਨੇ ਬੰਦ ਕਰਵਾਇਆ ਮਹਾਰਾਸ਼ਟਰ। ਤੇ ਇੱਥੇ ਤੋਂ ਹੁਣ ਮੋਦੀ ਨੂੰ ਪਤਾ ਲੱਗ ਜਾਣਾ ਚਾਹੀਦਾ ਹੈ ਕਿ ਹੁਣ ਪੂਰਾ ਹਿੰਦੁਸਤਾਨ ਇਸ ਦੇ ਵਿੱਚ ਇਕੱਠਾ ਹੋ ਚੁੱਕਿਆ ਹੈਗਾ, ਤੇ ਆਉਣ ਵਾਲੇ ਟਾਈਮ 'ਚ ਮੋਦੀ ਸਰਕਾਰ ਨੂੰ ਦਿਖ ਜਾਣਾ ਹੈ ਕਿ ਜਦੋਂ ਸਾਰਾ ਹੀ ਇੰਡੀਆ ਉਹਦੇ ਵਰਖਲਾਫ ਹੋ ਗਿਆ ਤਾਂ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਆਪ ਹੱਥ ਜੋੜ ਕੇ ਕਾਨੂੰਨ ਵਾਪਸ ਲੈਣੇ ਪੈਣੇ ਆ ਜੀ। ਕਿਤੇ ਨਾ ਕਿਤੇ ਲੱਗਦਾ ਕਿ ਧੱਕਾ ਜਿਹੜਾ ਆ ਉਹ ਲਗਾਤਾਰ ਵੱਧਦਾ ਜਾ ਰਿਹਾ, ਕਿਉਂਕਿ ਜਿਹੜੀ ਲੇਟੈਸਟ ਨਿਊਜ਼ ਆਈ ਆ BSF ਨੂੰ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਦਾ ਏਰੀਆ ਜਿਹੜਾ ਆ ਉਹ ਅਧਿਕਾਰ ਦੇ ਹੱਕ ਵਿੱਚ ਦੇ ਦਿੱਤਾ ਗਿਆ, ਉਹ ਵੀ ਖਾਸ ਕਰਕੇ 3 ਸਟੇਟਾਂ ਨੂੰ, ਪੰਜਾਬ, ਪੱਛਮੀ ਬੰਗਾਲ ਤੇ ਅਸਾਮ। ਤੁਹਾਨੂੰ ਕੀ ਲੱਗਦਾ ਕਿ ਇੱਕ ਪਾਸੇ ਤਾਂ ਮੋਦੀ ਸਰਕਾਰ ਦੇ ਖਿਲਾਫ ਕਿਸਾਨ ਡਟੇ ਹੋਏ ਆ, ਪਰ ਦੂਸਰੇ ਪਾਸੇ ਉਹ ਧੱਕੇਸ਼ਾਹੀ ਲਗਾਤਾਰ ਵੱਧਦੀ ਜਾ ਰਹੀ ਆ, ਕੀ ਕਹਿਣਾ ਚਾਹੁੰਦੇ ਹੋ? ਧੱਕੇਸ਼ਾਹੀ ਤੇ ਜਿਹੜੀ ਇਹ ਸ਼ੁਰੂ ਤੋਂ ਇਹਨਾਂ ਨੇ ਧੱਕੇਸ਼ਾਹੀ ਕਰੀ ਹੈ। ਜਿਹੜੇ 3 ਕਾਨੂੰਨ ਬਣਾਏ ਨੇ ਇਹ ਵੀ ਧੱਕੇਸ਼ਾਹੀ ਨਾਲ ਬਣਾਏ ਨੇ, ਕਿਉਂਕਿ ਜਿਹੜਾ ਐਗਰੀਕਲਚਰ ਦਾ ਵਿਸ਼ਾ ਇਹ ਸਟੇਟ ਸਰਕਾਰ ਦਾ ਵਿਸ਼ਾ ਹੈ, ਨਾ ਕਿ ਸੈਂਟਰ ਦਾ। ਸਟੇਟ ਦੇ ਅਧਿਕਾਰ ਨੇ, ਸਟੇਟ ਦੇ ਅਧਿਕਾਰ ਖੋ ਕੇ ਸੈਂਟਰ ਨੇ ਕਾਨੂੰਨ ਬਣਾਤੇ ਨੇ। ਉਸੇ ਕਰਕੇ ਜਿਹੜੇ ਪਹਿਲਾਂ ਸਾਡੇ ਅੰਦੋਲਨ ਖੇਤੀਬਾੜੀ ਕੋਈ ਵੀ ਲੱਗਦੇ ਸੀ, ਸਟੇਟ ਸਰਕਾਰ ਨਾਲ ਲੱਗਦੇ ਸੀ, ਸਾਡੀਆਂ ਮੰਗਾਂ ਸਟੇਟ ਸਰਕਾਰ ਤੋਂ ਸੀ। ਜਦੋਂ ਇਹਨਾਂ ਨੇ ਖੋ ਕੇ ਗਲਤ ਬਣਾਤੇ ਨੇ, ਹੁਣ ਸਾਡਾ ਸੈਂਟਰ ਨਾਲ ਲੱਗ ਪਿਆ। ਸੈਂਟਰ ਨਾਲ ਲੱਗਣ ਕਰਕੇ 3 ਕਾਨੂੰਨ ਜਿਹੜੇ ਇਹਨਾਂ ਨੇ ਬਣਾਏ ਨੇ, 3 ਜਿੰਨੀਆਂ ਮੀਟਿੰਗਾਂ ਗਵਰਨਮੈਂਟ ਨਾਲ ਹੋਈਆਂ ਨੇ, ਗਵਰਨਮੈਂਟ ਫੇਲ ਹੋ ਗਈ ਹੈ। ਕਿਉਂਕਿ ਤੁਸੀਂ ਕਹਿੰਦੇ ਵੀ ਸ਼ਹੀਦੀਆਂ ਪਾਉਣ ਨੂੰ ਨੌਜਵਾਨ, ਸ਼ਹੀਦੀਆਂ ਕੋਈ ਵੀ, ਜਦੋਂ ਆਪਾਂ ਕੋਈ ਵੀ ਸੰਘਰਸ਼ ਚੱਲਦਾ ਘਰ ਤੋਂ ਚੱਲਦੇ, ਤੁਸੀਂ ਹੁਣ ਪੱਤਰਕਾਰ ਭਾਈਚਾਰੇ ਤੋਂ ਤੁਸੀਂ ਮੈਕ ਲੈ ਕੇ ਚੱਲੇ, ਜਦੋਂ ਤੁਸੀਂ ਸੱਚ ਬੋਲਣਾ ਜਾਂ ਸੱਚ ਦਿਖਾਣਾ, ਤੁਹਾਨੂੰ ਸ਼ਹੀਦੀ ਦੇਣੀ ਪਊਗੀ, ਤੁਹਾਨੂੰ ਉਹਦਾ ਮੁੱਲ ਚੁਕਾਉਣਾ ਪਊਗਾ। ਕਿਉਂਕਿ ਅਸੀਂ ਤਾਂ ਸ਼ਹੀਦ ਹੋਏ, ਅਸੀਂ ਅੰਦੋਲਨ ਲੜ ਰਹੇ ਹਾਂ, ਠੀਕ ਹੈ, ਕਿਸਾਨ ਹੈ। ਦਿੱਲੀ 'ਚ ਜੋ ਕੁਝ ਹੋਇਆ, ਪੱਤਰਕਾਰ ਭਾਈਚਾਰੇ ਤੋਂ ਕਿੰਨੇ ਬੰਦੇ ਅੰਦਰ ਦੇ ਤੇ, ਉਹਨਾਂ ਦਾ ਕੀ ਕਸੂਰ ਸੀ ਕਿ ਉਹਨਾਂ ਨੇ ਸੱਚ ਦਿਖਾਇਆ। ਜਿਹੜਾ ਬੰਦਾ ਸੱਚ ਦਿਖਾਊਗਾ ਜਾਂ ਸੱਚ ਬੋਲੂਗਾ, ਗਵਰਨਮੈਂਟ ਨੂੰ ਉਹ ਚੁੱਕਦਾ ਹੈ। ਜਿਹੜਾ ਲਖੀਮਪੁਰ ਖੀਰੀ 'ਚ ਹੋਇਆ, ਜੇ ਗਵਰਨਮੈਂਟ ਗਲਤ ਨਹੀਂ ਸੀ, ਗਵਰਨਮੈਂਟ ਕਹਿੰਦੇ ਕਿ ਨਹੀਂ ਗਲਤ ਨਹੀਂ ਸੀ ਅਸੀਂ, ਫਿਰ ਸਾਨੂੰ ਜਾਣ ਤੋਂ ਕਿਉਂ ਰੋਕਿਆ? ਉੱਥੇ ਸਾਨੂੰ ਜਾਣ ਤੋਂ ਰੋਕਿਆ, ਉਹਨਾਂ ਦੇ ਭੋਗ ਤੇ ਸਾਰੇ ਬਾਰਡਰ ਸੀਲ ਕਰਤੇ। ਜਿਹੜੀ ਗਵਰਨਮੈਂਟ ਯੂਪੀ ਦੀ ਯੋਗੀ ਰਾਜ, ਜਿਹਨੂੰ ਕਹਿੰਦੇ ਕਿ ਰਾਮ ਰਾਜ ਆਊਗਾ, ਯੋਗੀ ਦਾ ਇਸ ਟਾਈਮ ਰਾਜ ਹੈ, ਮੁੱਖ ਮੰਤਰੀ ਹੈ ਰਾਮ ਰਾਜ, ਰਾਮ ਰਾਜ ਦੀਆਂ ਗੱਲਾਂ ਕਰਦੇ ਨੇ। ਉਹਨਾਂ ਨੇ ਜਮਾਂ ਹੀ ਜ਼ਾਲਮ ਰਾਜ ਕਰਤਾ। ਇਹ ਤੋਂ ਥੱਲੇ ਤਾਂ ਕੁਝ ਨਹੀਂ ਰਿਹਾ ਕਿ ਸੜਕ ਤੇ ਬੈਠੇ ਬੰਦਿਆਂ ਤੇ ਗੱਡੀ ਚੜਾ ਦਿਓ। ਵੀਰ ਸਵਾਲ ਇਹ ਕਿ ਲੋਕਾਂ ਦੀ ਇਸ ਤਰ੍ਹਾਂ ਦੀ ਮੈਂਟੈਲਿਟੀ ਕਿਉਂ ਬਣ ਗਈ? ਸਾਡੇ ਚੈਨਲ ਨੇ ਗਰਾਊਂਡ ਰਿਪੋਰਟ ਉੱਥੇ ਦੀ ਕਲੈਕਟ ਕੀਤੀ, ਉੱਥੇ ਦੇ ਲੋਕਾਂ ਨੂੰ ਮਿਲੇ ਜਾ ਕੇ। ਉੱਥੇ ਨੌਜਵਾਨ, ਖਾਸ ਕਰਕੇ ਰਮਨ ਕਸ਼ਪ ਜਿਹੜਾ ਪੱਤਰਕਾਰ ਦੀ ਡੈਥ ਹੋ ਗਈ, ਉਹਦੇ ਪਾਪਾ ਵੀ ਜਿਹੜੇ ਆ ਉਹ ਵੀ ਡਰ ਕੇ ਗੱਲ ਕਰ ਰਹੇ ਸੀ, ਉਹ ਵੀ ਮੁੱਕਰ ਰਹੇ ਸੀਗੇ। ਇਸ ਤਰ੍ਹਾਂ ਦੀ ਲੋਕਾਂ ਦੀ ਮੈਂਟੈਲਿਟੀ ਕਿਉਂ ਬਣ ਰਹੀ ਹੈ? ਕਿਉਂ ਲੋਕ ਬਦਮਾਸ਼ਾਂ ਤੋਂ ਡਰ ਰਹੇ ਆ ਜਦ ਕਿ ਦੇਸ਼ 'ਚ ਲੋਕਤੰਤਰ ਹੈ? ਲੋਕਤੰਤਰ ਠੀਕ ਹੈ, ਜਿੱਥੇ ਲੋਕ ਕਹਿੜੇ ਨੇ ਉੱਥੇ ਲੋਕਤੰਤਰ ਹੈ। ਹੁਣ ਤੁਸੀਂ ਇਹ ਦੱਸੋ ਕਿ ਜਿਹੜਾ ਰਾਮਨ ਮਰਿਆ ਮੁੰਡਾ ਪੱਤਰਕਾਰ ਸੀ, ਉਹ ਤਾਂ ਸਿਰਫ ਕਵਰੇਜ ਲਈ ਸੀ, ਉਹ ਲੋਕਤੰਤਰ ਸੀ? ਉਹਨੂੰ ਮਾਰਨਾ ਹੱਤਿਆ ਨਹੀਂ? ਲੋਕਤੰਤਰ 'ਚ ਅਸੀਂ ਧਰਨੇ ਤੇ ਬੈਠੇ ਸੀ, ਸਾਡੇ ਤੇ ਗੱਡੀ ਚਲਾਉਣਾ ਬਦਮਾਸ਼ੀ ਰਾਜ ਨਹੀਂ? ਕਿਉਂਕਿ ਲੋਕ ਇਸ ਕੰਮ ਤੋਂ ਡਰ ਗਏ ਨੇ, ਕਿਉਂਕਿ ਪਹਿਲਾਂ ਵੀ ਇਹ ਕੰਮ ਯੂਪੀ 'ਚ ਹੋ ਚੁੱਕੇ ਨੇ। ਯੂਪੀ 'ਚ ਪਹਿਲਾਂ ਤੁਸੀਂ ਦੇਖੋ, ਇੱਕ ਭੈਣ ਦਾ ਬਲਾਤਕਾਰ ਹੁੰਦਾ, ਉਹ ਤੋਂ ਬਾਅਦ ਸਾਰੀ ਪੁਲਿਸ ਲਾ ਕੇ ਉਹਨੂੰ ਰਾਤ ਨੂੰ 2:30 ਵਜੇ ਸੰਸਕਾਰ ਕਰਾ ਦਿੰਦੀ ਹੈ, ਜਦਕਿ ਕਿਸੇ ਪੱਤਰਕਾਰ ਨੂੰ, ਕਿਸੇ ਰਿਸ਼ਤੇਦਾਰ ਨੂੰ ਪਿੰਡ 'ਚ ਵੜ ਨਹੀਂ ਦਿੰਦੇ। ਕਿਉਂਕਿ ਇਹਨਾਂ ਨੇ, ਲੋਕ ਇਹ ਸੋਚਣ ਲੱਗ ਪਏ ਨੇ, ਇਹਨਾਂ ਤੋਂ ਅਲੱਗ-ਅਲੱਗ ਸੋਚਣ ਵਾਲੇ ਪਰਿਵਾਰ ਹੁੰਦੇ ਨੇ ਕਿ ਸਾਡਾ ਇੱਕ ਜੀ ਤੇ ਗਿਆ। ਜੇ ਅਸੀਂ ਗਵਰਨਮੈਂਟ ਨਾਲ ਪੰਗਾ ਲਾਵਾਂਗੇ, ਧਮਕਾਉਂਦੇ ਨੇ ਕਿ ਅਸੀਂ ਜਿਹੜੇ ਪਿੱਛੇ ਵਾਲੇ ਨੇ ਉਹਨਾਂ ਨੂੰ ਇਦਾਂ ਕਰ ਦਾਂਗੇ, ਉਹ ਕਰ ਦਾਂਗੇ। ਪਰ ਅਸੀਂ ਗਵਰਨਮੈਂਟ ਨੂੰ ਦੱਸ ਦੇਣਾ ਚਾਹੁੰਦੇ ਹਾਂ, ਜਿਹਦਾ ਇੱਕ ਬੰਦਾ ਸ਼ਹੀਦ ਹੋ ਗਿਆ ਕਿਸੇ ਪਰਿਵਾਰ ਦਾ, ਉਹਦੇ ਨਾਲ ਸਾਰਾ ਦੇਸ਼ ਖੜਿਆ, ਸਾਰੇ ਕਿਸਾਨ ਖੜੇ ਨੇ, ਉਹਦੇ ਨਾਲ ਸਾਰੇ ਕਿਸਾਨ ਖੜੇ ਨੇ। ਇਹ ਜਨ ਅੰਦੋਲਨ ਹੈ ਜਿਹੜਾ, ਇਹ ਜਨ ਅੰਦੋਲਨ ਸ਼ਹੀਦਾਂ ਦੀਆਂ ਹੱਡੀਆਂ ਤੇ ਨਹੀਂ ਰੱਖੀ ਗਈ ਹੈ। ਇਹ ਅਸੀਂ ਜਿੱਤ ਕੇ ਹੀ ਘਰ ਨੂੰ ਆਵਾਂਗੇ। ਗਵਰਨਮੈਂਟ ਇਹ ਮਤ ਸੋਚੇ ਕਿ ਅਸੀਂ ਜਿੱਤ ਲਾਂਗੇ, ਅਸੀਂ ਜਿੱਤ ਕੇ ਘਰ ਨੂੰ ਆਵਾਂਗੇ। ਸੋ ਗੱਲ ਕਰ ਲਈਏ ਸੰਯੁਕਤ ਮੋਰਚੇ ਦੀ, ਜੋ ਵੀ ਸੰਯੁਕਤ ਮੋਰਚਾ ਅਗਵਾਈ ਕਰ ਰਿਹਾ ਅੱਗੇ, ਕਿਉਂਕਿ ਲਗਾਤਾਰ ਪਿਛਲੇ ਤਕਰੀਬਨ ਆਪਾਂ ਸਾਲ ਇਹ ਕਹਿ ਸਕਦੇ ਕਿ ਸਾਲ ਤਾਂ ਹੋ ਹੀ ਚੱਲਿਆ ਤਕਰੀਬਨ, ਹੈ ਨਾ ਜੀ। ਤੇ ਜੋ 26 ਜਨਵਰੀ ਵਿੱਚ ਵੀ ਹੋਇਆ ਲਾਲ ਕਿਲੇ ਵੱਲ ਮਾਰਚ, ਜੋ ਦਿੱਲੀ ਦਾ ਮਾਰਚ ਉਹਨਾਂ ਨੇ ਕੱਢਣਾ ਸੀਗਾ, ਉਹਦੇ ਬਾਅਦ ਵਿੱਚ ਸੰਸਦਾਂ ਲੱਗੀਆਂ, ਕਈ ਇਤਿਹਾਸ ਬਣੇ।
ਸਰਕਾਰ ਦੇ ਸਾਹਮਣੇ ਕਈ ਚੈਲੰਜ ਜਿਹੜੇ ਆ ਉਹ ਸੰਯੁਕਤ ਮੋਰਚੇ ਨੇ ਖੜੇ ਕੀਤੇ ਆ, ਪਰ ਹੁਣ ਤੁਹਾਨੂੰ ਨਹੀਂ ਲੱਗਦਾ ਕੁਝ ਅਜਿਹਾ ਲੈਣਾ ਚਾਹੀਦਾ ਫੈਸਲਾ ਜਿਹਦੇ ਨਾਲ ਸਰਕਾਰ ਜਿਹੜੀ ਹਿੱਲੇ, ਸੁੱਤੀ ਸਰਕਾਰ ਜਾਗੇ? ਕਿਉਂਕਿ ਸਰਕਾਰ ਤਾਂ ਜਿਹੜਾ ਆਪਣਾ ਤਸ਼ੱਦਦ ਉਹ ਲਗਾਤਾਰ ਵਧਾਉਂਦੀ ਜਾ ਰਹੀ ਆ। ਜਿਵੇਂ ਕਿ ਆ BSF ਦੀ ਵੀ ਆਪਾਂ ਗੱਲ ਕਰ ਲਈਏ, ਜਾਂ ਫਿਰ ਆਪਾਂ ਕਿਸਾਨਾਂ ਨੂੰ ਦਰੜਿਆ ਜਾਣਾ, ਕਤਲ ਕਰ ਦੇਣਾ, ਜਾਂ ਸੋਨੀਪਤ ਦੇ ਵਿੱਚ ਹੋਇਆ ਹਨਾ, ਕਰਨਾਲ ਦੇ ਵਿੱਚ ਜਿਹੜਾ ਕਿਸਾਨ ਦੇ ਸਿਰ 'ਚ ਲਾਠੀ ਮਾਰ ਕੇ ਉਹਨੂੰ ਮਾਰਿਆ ਗਿਆ। ਕਿਤੇ ਲੱਗਦਾ ਨਹੀਂ ਕੋਈ ਸਖਤ ਜਿਹੜਾ ਫੈਸਲਾ ਲੈਣਾ ਚਾਹੀਦਾ? ਕਿਉਂਕਿ ਇਹ ਤਾਂ ਸਰਕਾਰ ਤਾਂ ਬਿਲਕੁਲ ਤਾਨਾਸ਼ਾਹੀ ਰਵੱਈਆ ਅਪਣਾ ਰਹੀ, ਹਿਟਲਰ ਤੋਂ ਵੀ ਟੱਪ ਰਹੀ ਹੈ ਜੀ ਅੱਗੇ। ਜਦੋਂ ਕਿਸੇ ਦੇ ਮਾੜੇ ਦਿਨ ਆਉਂਦੇ, ਜਦੋਂ ਕਹਿੰਦੇ ਨੇ ਕਿ ਗਿੱਦੜ ਦੀ ਮੌਤ ਆਉਂਦੀ ਹੈ ਤੇ ਉਹ ਸ਼ਹਿਰ ਵੱਲ ਭੱਜਦਾ, ਉਹ ਕੰਮ ਸਾਡੀ ਗੌਰਮੈਂਟ ਦਾ ਹੋਇਆ ਹੈ। ਕਿਉਂਕਿ ਗੌਰਮੈਂਟ ਦੇ ਦਬਾਅ ਦੇ ਕਾਰਨ ਗੌਰਮੈਂਟ ਨੂੰ ਇਹ ਨਹੀਂ ਪਤਾ ਲੱਗਦਾ ਕਿ ਅਸੀਂ ਕਰੀਏ ਕੀ। ਪਹਿਲਾਂ 10 ਗੇੜਾਂ ਦੀ ਮੀਟਿੰਗ ਕਰਕੇ ਇਹਨਾਂ ਨੇ ਸਾਡੇ ਨਾਲ ਦੇਖ ਲਈ ਹੈ, ਜਿਹੜੀ ਬੈਠਕਾਂ ਹੋਈਆਂ ਨੇ ਕਿ ਉਹ 'ਚ ਕਾਨੂੰਨ ਸਿੱਧ ਕਰ ਦਾਂਗੇ ਕਿ ਠੀਕ ਨੇ, ਉਹ ਤੋਂ ਭੱਜੇ। ਉਹ ਤੋਂ ਬਾਅਦ ਜਿੱਥੇ ਵੀ ਇਹਨਾਂ ਨੇ, ਅਸੀਂ ਦਿੱਲੀ ਜਾ ਰਹੇ ਸੀ, ਦਿੱਲੀ ਸਿਰਫ ਰੋਕ ਕੇ ਗੌਰਮੈਂਟ ਨੇ ਬੈਰੀਕੇਡ ਲਾ ਕੇ ਰੋਕ ਕੇ ਸੜਕਾਂ ਇਹਨਾਂ ਨੇ ਪਟਾਈਆਂ। ਜਿਹੜੇ ਕਰਨਾਲ 'ਚ ਕਰਿਆ ਵੀ ਬੁਖਲਾਟ 'ਚ ਇਹਨਾਂ ਨੇ ਕਰਿਆ, ਬਾਅਦ 'ਚ ਮਾਫੀ ਮੰਗੀ, ਮੁਆਵਜ਼ਾ ਦਿੱਤਾ। ਜੇ ਇਹਨਾਂ ਨੇ ਗਲਤੀ ਕਰੀ ਉਸ ਚੀਜ਼ ਦਾ, ਜੇ ਹੁਣ ਮੈਂ ਤੁਹਾਡੇ ਕੋਈ ਗਲਤੀ ਕਰਾਂਗਾ ਤਾਂ ਹੀ ਮੁਆਵਜ਼ਾ ਦੇਵਾਂਗਾ, ਗੌਰਮੈਂਟ ਨੇ ਮੁਆਵਜ਼ਾ ਦਿੱਤਾ। ADM ਨੂੰ ਜਿਹੜਾ ਹੈ ਸੀ ਉਹਨੂੰ 1 ਮਹੀਨੇ ਦੀ ਛੁੱਟੀ ਦੇ ਕਹਿੰਦੇ, ਉਹਦੀ ਜੁਡੀਸ਼ੀਅਲ ਜਾਂਚ ਚੱਲ ਰਹੀ ਹੈ। ਗੌਰਮੈਂਟ ਬੁਖਲਾਟ 'ਚ ਆਈ ਹੋਈ ਹੈ। ਉਹੀ ਵੀਰ ਆਪਾਂ ਗੱਲ ਕਹਿਣਾ ਚਾਹ ਰਹੇ ਕਿ ਕੀ ਮੁਆਵਜ਼ਾ ਹੱਲ ਹੈ? ਨਹੀਂ, ਮੁਆਵਜ਼ਾ ਹੱਲ ਨਹੀਂ ਹੈ, ਕਿਉਂਕਿ ਕਿਸੇ ਵੀ ਜਾਨ ਦਾ ਦੁਨੀਆ 'ਚ ਇਹੋ ਜਿਹੀ ਕੋਈ ਚੀਜ਼ ਨਹੀਂ ਕਿ ਜਾਨ ਦੇ ਬਰਾਬਰ ਉਹਨੂੰ ਪੈਰਲਲ ਤੋਲਿਆ ਜਾਏ ਕਿ ਉਹਦਾ ਹੱਲ ਹੈ। ਮੁਆਵਜ਼ਾ ਹੱਲ ਨਹੀਂ ਹੈ, ਨਾ ਨੌਕਰੀ ਹੱਲ ਹੈ। ਅਸੀਂ ਤਾਂ ਇਹ ਕਹਿੰਦੇ ਹਾਂ ਕਿ ਗੌਰਮੈਂਟ ਨੇ ਇੱਕ ਸੌਖਾ ਜਿਹਾ ਕੰਮ ਕਰ ਲਿਆ ਹੈ ਕਿ ਸਾਡੇ ਪੰਜਾਬ 'ਚ ਵੀ ਪਹਿਲਾਂ ਇਹ ਹੋਇਆ, ਪਿਛਲੀਆਂ ਸਰਕਾਰਾਂ 'ਚ ਵੀ, ਕਿ ਕਿਸੇ ਦਾ ਬੰਦਾ ਮਰ ਜੇ ਉਹਨੂੰ ਇੱਕ ਸਰਕਾਰੀ ਨੌਕਰੀ ਤੇ ਇੱਕ ਮੁਆਵਜ਼ਾ। ਜਿਹੜੀ ਮਾਂ ਦਾ ਪੁੱਤ ਚਲਾ ਗਿਆ, ਜਿਹੜੀ ਭੈਣ ਦਾ ਭਰਾ ਚਲਾ ਗਿਆ, ਜਿਹਦੇ ਘਰ ਵਾਲਾ ਚਲੇ ਗਿਆ ਭੈਣ ਦਾ, ਉਹ ਦੱਸੋ ਉਹ ਮੁਆਵਜ਼ੇ ਨਾਲ ਕਿੱਦਾਂ, ਪੈਸੇ ਨਾਲ ਕੀ ਕੰਮ ਲੈ ਲਓ, ਕੀ ਹੱਲ ਕਰ ਲਓਗੇ ਜੀ? ਕਿਉਂਕਿ ਮੁਆਵਜ਼ਾ ਕਿਸੇ ਚੀਜ਼ ਦਾ ਹੱਲ ਨਹੀਂ ਹੈ। ਅਸੀਂ ਗੌਰਮੈਂਟ ਨੂੰ ਕਹਿੰਦੇ ਕਿ ਆਪਣੀਆਂ ਸ਼ਰਤਾਂ ਤੋਂ ਬਾਜ਼ ਆ ਜਾਓ ਆਪਣੀਆਂ ਹਰਕਤਾਂ ਤੋਂ। ਇਹ ਨਾ ਹੋਏ ਕਿ ਟਾਈਮ ਆਉਣ 'ਤੇ ਗੌਰਮੈਂਟ ਦਾ ਨਿਸ਼ਾਨ, ਮੈਨੂੰ ਇਹ ਲੱਗ ਰਿਹਾ ਜਿੱਥੇ ਤੱਕ ਕਿ ਹੁਣ ਪਹੁੰਚ ਚੁੱਕਿਆ BJP ਦਾ ਅੰਦੋਲਨ, ਕਿ BJP ਆਉਣ ਵਾਲੇ 100 ਸਾਲ 'ਚ ਕਦੇ ਸਾਡੇ ਦੇਸ਼ 'ਚ ਵਾਪਸ ਨਹੀਂ ਆਊਗੀ। ਬਹੁਤ ਬਹੁਤ ਧੰਨਵਾਦ ਜੀ। ਸੋ ਵੀਰ ਸਾਡੇ ਨਾਲ ਜੁੜੇ ਹੋਏ ਸੀ, ਇੱਧਰ ਮਾਤਾਵਾਂ ਜੁੜੀਆਂ, ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ। ਕਿਸ ਤਰ੍ਹਾਂ ਦਾ ਲੱਗ ਰਿਹਾ ਮਾਤਾ ਜੀ, ਲਗਾਤਾਰ ਧਰਨੇ ਵਿੱਚ ਤੁਸੀਂ ਯੋਗਦਾਨ ਕਰ ਰਹੇ ਹੋ? ਆਪਾਂ ਇਤਿਹਾਸ ਆਪਣਾ ਸੁਣਦੇ ਹੁੰਦੇ ਸੀ ਕਿ ਭਾਰਤ ਦਾ, ਪੰਜਾਬੀਆਂ ਦਾ ਇਤਿਹਾਸ ਆ, ਝਾਂਸੀ ਰਾਣੀ, ਜਾਂ ਫਿਰ ਗੱਲ ਕਰ ਲਈਏ ਸਿੱਖਾਂ ਦੇ ਵਿੱਚ ਜੋ ਬੀਬੀਆਂ ਹੋਈਆਂ ਜਿਨ੍ਹਾਂ ਨੇ ਖੁਦ ਜੰਗਾਂ ਲੜੀਆਂ ਆ, ਤੇ ਮਾਤਾ ਭਾਗ ਕੌਰ ਦੀ ਗੱਲ ਕਰ ਲਈਏ, ਤੇ ਅੱਜ ਤੁਸੀਂ ਵੀ ਉਸ ਤੁਹਾਡੇ ਅੰਦਰ ਮਾਣ ਮਹਿਸੂਸ ਹੋ ਰਿਹਾ, ਤੁਹਾਡੇ ਅੰਦਰ ਵੀ ਉਹੀ ਖੂਨ ਵਗ ਰਿਹਾ, ਤੇ ਤੁਸੀਂ ਵੀ ਸੰਘਰਸ਼ ਕਰ ਰਹੇ ਹੋ ਜੀ? ਹਾਂਜੀ, ਸਾਨੂੰ ਹੱਕ ਮਿਲਣੇ ਚਾਹੀਦੇ ਨੇ ਜੋ ਸਾਡੇ, ਅਸੀਂ ਕੋਈ ਅੱਤਵਾਦੀ ਤਾਂ ਹੈ ਨਹੀਂ, ਹੈ ਨਾ, ਅਸੀਂ ਹੈ ਨਾ ਕਿਸਾਨ ਆ, ਅਸੀਂ ਅੱਤਵਾਦੀ ਨਹੀਂ ਹੈਗੇ, ਹੈ ਨਾ, ਸਾਨੂੰ ਸਾਡੇ ਹੱਕ ਦੇਣੇ। ਭੈਣ ਕੀ ਲੱਗਦਾ ਕਿ ਲਗਾਤਾਰ ਸੰਘਰਸ਼ ਜਿਹੜਾ ਉਹ ਲੰਬਾ ਹੁੰਦਾ ਜਾ ਰਿਹਾ ਆ? ਇੱਕ ਪਾਸੇ ਦਿੱਲੀ ਦੀਆਂ ਬਰੂਹਾਂ ਤੇ ਕਿਸਾਨ ਵਿਚਾਰੇ ਸੰਘਰਸ਼ ਕਰ ਰਹੇ, ਦੂਸਰੇ ਪਾਸੇ ਜਿਹੜੀ ਸਰਕਾਰ ਆ ਉਹ ਕੋਝੀਆਂ ਹਰਕਤਾਂ ਕਰ ਰਹੀ ਆ, ਜਿਵੇਂ ਕਿ ਪੰਜਾਬ ਦੇ ਵਿੱਚ BSF ਦਾ ਪਹਿਰਾ ਜਿਹੜਾ 50 ਕਿਲੋਮੀਟਰ ਦੇ ਏਰੀਏ 'ਚ ਵਧਾ ਦੇਣਾ। ਕੀ ਲੱਗਦਾ ਕਿ ਸਰਕਾਰ ਜਿਹੜੀ ਆ ਉਹ ਕਦੋਂ ਤੱਕ ਦਬੂਗੀ, ਕਦੋਂ ਤੱਕ ਇਹ ਕਾਨੂੰਨ ਵਾਪਸ ਹੋ ਜਾਊਗਾ, ਕਦੋਂ ਤੱਕ ਸਾਡੇ ਕਿਸਾਨਾਂ ਨੂੰ ਜਿਹੜਾ ਸੜਕਾਂ ਤੇ ਰੁਲਣਾ ਪੈਣਾ? ਦੇਖੋ, ਸਰਕਾਰ ਦਾ ਧੱਕਾ ਅੱਜ ਦਾ ਤੇ ਹੈ ਨਹੀਂ, ਹੈ ਨਾ, ਇਹ ਬੜੇ ਚਿਰ ਤੋਂ ਚੱਲਦਾ ਆ ਰਿਹਾ। ਕਦੀ ਮਤਲਬ ਕਸ਼ਮੀਰ ਦੇ ਨਾਮ ਤੇ ਮੁੱਦਾ ਖੜਾ ਹੋ ਜਾਂਦਾ, ਉਹਦੇ ਨਾਮ ਤੇ ਲੋਕਾਂ ਨੂੰ ਦਬਾਇਆ ਜਾਂਦਾ, ਕਦੀ ਮਤਲਬ ਬਹੁਤ ਸਾਰੇ ਐਸੇ ਮੁੱਦੇ ਆ। ਹੁਣ ਕਿਸਾਨਾਂ ਦੇ ਨਾਂ ਤੇ ਇਹਨਾਂ ਨੇ ਕਰੋਨਾ ਦੀ ਆੜ ਦੇ ਵਿੱਚ ਬਿੱਲ ਪਾਸ ਕਰਤੇ, ਰਾਈਟ। ਕੀ ਹੋਇਆ ਕਿ ਇਹਨਾਂ ਨੇ ਸੋਚਿਆ ਵੀ ਲੋਕ ਕਿਹੜਾ ਬੋਲਦੇ ਆ, ਪਰ ਇਹ ਤਾਂ ਸ਼ੁਕਰ ਆ ਪ੍ਰਮਾਤਮਾ ਦਾ ਕਿ ਪੰਜਾਬ ਦੇ ਲੋਕਾਂ ਨੂੰ ਸੋਝੀ ਆ ਗਈ ਤੇ ਉਹਨਾਂ ਨੇ ਆਵਾਜ਼ ਉਠਾ ਲਈ। ਦੂਸਰੀ ਗੱਲ ਜਿਹੜੀ, ਹੁਣ ਇਹਨਾਂ ਨੂੰ ਪਤਾ ਵੀ ਲੋਕ ਉੱਠ ਖੜੇ ਆ, ਲੋਕ ਜਾਗ ਪਿਆ, ਪੰਜਾਬ ਦਾ ਬੱਚਾ ਜਾਗ ਪਿਆ, ਹੈ ਨਾ। ਹੁਣ ਇਹਨਾਂ ਨੇ ਕੀ ਕੀਤਾ, ਦੂਜਾ ਤਰੀਕਾ ਪੰਜਾਬ ਨੂੰ ਦਬਾਉਣ ਦਾ ਦੂਜਾ ਤਰੀਕਾ ਅਜਮਾ ਲਿਆ ਕਿ ਪੰਜਾਬ ਦਾ ਦਾਇਰਾ ਫਿਰ ਸੈਂਟਰ ਗਵਰਨਮੈਂਟ ਦੇ ਅੰਡਰ ਕਰ ਲਿਆ। ਕਿਉਂਕਿ ਪਹਿਲਾਂ ਇਹਨਾਂ ਨੇ ਜਿਹੜਾ ਜਿਵੇਂ ਖੇਤੀਬਾੜੀ ਦੇ ਜਿਹੜੇ ਲਾਅ ਬਣਾਏ ਆ, ਹੈ ਨਾ, ਉਹ ਪਹਿਲਾਂ ਕੀ ਸੀਗੇ, ਉਹ ਸਟੇਟ ਗਵਰਨਮੈਂਟ ਦਾ ਹਿੱਸਾ ਸੀ ਐਗਰੀਕਲਚਰ, ਪਰ ਉਹਨਾਂ ਨੇ ਸੈਂਟਰ ਗਵਰਨਮੈਂਟ ਦਾ ਧੱਕੇ ਨਾਲ ਹੀ ਲਾਅ ਬਣਾ ਦਿੱਤੇ। ਹੁਣ ਫਿਰ ਜਿਹੜਾ ਪੰਜਾਬ ਦਾ ਏਰੀਆ 50-50 ਕਿਲੋਮੀਟਰ ਕਵਰ ਕਰਨਾ, ਇਟ ਮੀਨਸ ਕਿੰਨੇ ਸਾਰੇ ਡਿਸਟ੍ਰਿਕਟ ਪੰਜਾਬ ਦੇ ਸੈਂਟਰ ਨੇ ਆਪਣੇ ਹੱਥ 'ਚ ਲੈ ਲਿਆ। ਤਾਂ ਕਿਤੇ ਨਾ ਕਿਤੇ ਪਿੱਛੇ ਜਿਹੜਾ RSS ਦਾ ਏਜੰਡਾ ਹੈ, ਜਾਂ ਆਪਾਂ ਕਹਿ ਲਓ ਕਿ ਸੈਂਟਰ ਗਵਰਨਮੈਂਟ ਦਾ, ਮੋਦੀ ਦਾ ਡਿਕਟੇਟਰਸ਼ਿਪ ਆ, ਉਹ ਕਿਤੇ ਨਾ ਕਿਤੇ ਇਸ ਗੱਲਬਾਤ ਵੱਧ ਰਿਹਾ ਕਿ ਪੰਜਾਬ ਦੇ ਲੋਕਾਂ ਨੂੰ ਕਿਵੇਂ ਦਬਾਇਆ ਜਾਵੇ ਔਰ ਕਿਸ ਤਰੀਕੇ ਨਾਲ ਇਹਨਾਂ ਲੋਕਾਂ ਨੂੰ, ਕਿਉਂਕਿ ਉਹਨਾਂ ਨੂੰ ਪਤਾ ਕਿ ਪੰਜਾਬੀ ਐਸੀ ਕੌਮ ਆ ਜਿਹੜੀ ਟੱਕਰ ਲੈ ਸਕਦੀ ਆ, ਹੋਰ ਕੋਈ ਕੌਮ ਨਹੀਂ ਟੱਕਰ ਲੈ ਸਕਦੀ। ਤਾਂ ਇਸ ਕਰਕੇ ਪੰਜਾਬ ਨੂੰ ਦਬਾਉਣ ਦੀਆਂ ਤੇ ਪੰਜਾਬ ਤੇ ਕਬਜ਼ਾ ਕਰਨ ਦੀਆਂ ਪੂਰੀਆਂ ਇਹਨਾਂ ਦੀਆਂ ਚਾਲਾਂ ਚੱਲ ਰਹੀਆਂ। ਬਹੁਤ ਬਹੁਤ ਧੰਨਵਾਦ ਜੀ। ਮਾਤਾ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿਸਾਨੀ ਅੰਦੋਲਨ ਦੇ ਬਾਰੇ? ਕਿਉਂਕਿ ਦੇਖੋ ਜੀ, ਹਰੇਕ ਦੇ ਵਿਊ ਜਾਣਨੇ ਜ਼ਰੂਰੀ ਹੈ ਜੀ, ਹਰੇਕ ਕੋਈ ਸੰਘਰਸ਼ ਕਰਨ ਆਇਆ ਤੇ ਪੰਜਾਬ ਕਿਸਾਨੀ ਅੰਦੋਲਨ ਨੂੰ ਹਮਾਇਤ ਕਰ ਰਿਹਾ। ਤੁਹਾਨੂੰ ਕੀ ਲੱਗਦਾ ਕੀ ਹੋਣਾ ਚਾਹੀਦਾ ਹੈ, ਕੀ ਮੰਗ ਕਰਦੇ ਹੋ ਸੰਯੁਕਤ ਮੋਰਚੇ ਦੇ? ਕਈ ਕਰਦੇ ਵੀ ਕਾਨੂੰਨ, ਕਾਲੇ ਕਾਨੂੰਨ ਹੈ, ਰੱਦ ਕਰੋ ਇਹਨਾਂ ਨੂੰ, ਕੋਈ ਬੈਨੀਫਿਟ ਨਹੀਂ ਹੈ ਸਾਨੂੰ ਇਹਨਾਂ ਚੀਜ਼ਾਂ ਦਾ। ਸਾਡਾ ਅੱਗੇ ਸਾਡੇ ਬੱਚਿਆਂ ਦਾ
ਪੋਤੇ ਪੜੋਤੇ ਸਭ ਅੱਗੇ ਉਹਨਾਂ ਦਾ ਫਿਊਚਰ ਡਾਊਨ ਜਾ ਰਿਹਾ। ਕੋਈ ਮਤਲਬ ਕਿ ਉਹਨਾਂ ਦਾ ਫਿਊਚਰ ਨਹੀਂ ਆ। ਤੁਸੀਂ ਮਾਤਾ ਵੈਸੇ ਜੀ ਉਮਰ ਆਪ ਜੀ ਦੀ ਮੇਰੇ ਹਿਸਾਬ ਨਾਲ 50 ਤੋਂ ਪਲੱਸ ਹੋਣੀ ਹੈ, ਕੀ ਲੱਗਦਾ ਕਦੇ ਸੋਚਿਆ ਸੀ ਕਦੇ ਇਦਾਂ ਦਾ ਅੰਦੋਲਨ ਹੋਊਗਾ ਜੀ? ਸਵਾਲ ਹੀ ਮੈਂ 72 ਦੀ ਆ। ਮਤਲਬ ਕਦੇ ਇਦਾਂ ਦਾ ਜ਼ਿੰਦਗੀ 'ਚ ਮੋੜ ਨਹੀਂ ਆਇਆ ਜੀ? ਨਾ ਕਦੀ ਦੇਖਿਆ ਹੀ ਨਹੀਂ, ਸੁਣਿਆ ਹੀ ਨਹੀਂ, ਸਾਨੂੰ ਪਤਾ ਹੀ ਨਹੀਂ ਵੀ ਕੀ ਧਰਨੇ ਕੀ ਹੁੰਦੇ ਆ, ਕਦੀ ਦੇਖਿਆ ਹੀ ਨਹੀਂ ਸੀ ਕਦੀ ਨਾ। ਜਦੋਂ ਅੱਜ ਪਤਾ ਵੀ ਲੋਕ ਸੰਘਰਸ਼ ਕੀ ਹੁੰਦੇ, ਹੁਣ ਪਤਾ ਲੱਗ ਰਿਹਾ ਵੀ ਹਾਂ ਸੰਘਰਸ਼ ਕੀ ਹੈ ਹੁਣ ਕਿੱਦਾਂ ਕਰਨਾ ਹੈਂਡਲ। ਜੇ ਨਹੀਂ ਅਸੀਂ ਘਰ ਬੈਠਾਂਗੇ ਤਾਂ ਸਾਡੀ ਤਾਂ ਕਿਸੇ ਨੇ ਨਹੀਂ ਸੁਣਵਾਈ ਕਰਨੀ। ਦੋ ਘੜੀ ਘਰ ਵੀ ਨਹੀਂ ਸੁਣਦਾ, ਕੋਈ ਰੌਲਾ ਨਾ ਪਾਓ ਤੇ ਹਨਾ। ਇਹ ਤਾਂ ਪੰਜਾਬ ਦੀਆਂ ਜਿਹੜੀਆਂ ਔਰਤਾਂ ਹੁਣ ਅਸਲ 'ਚ ਮਾਈ ਭਾਗੋ ਬਣ ਚੁੱਕੀਆਂ ਹਨਾ। ਮਾਤਾ ਭਾਗ ਕੌਰ ਮਾਈ ਭਾਗੋ ਬਣ ਚੁੱਕੀਆਂ ਔਰ ਪੰਜਾਬ ਦੇ ਯੋਧੇ ਉਹ ਤਾਂ ਹੈ ਹੀ ਹਰੀ ਸਿੰਘ ਨਲੂਏ। ਤਾਂ ਇਸ ਕਰਕੇ ਹੁਣ ਸੈਂਟਰ ਗਵਰਨਮੈਂਟ ਡਰੀ ਹੋਈ ਆ ਅੰਦਰੋਂ ਔਰ ਡਰ ਕਰਕੇ ਜਿਹੜੀਆਂ ਘਟਨਾਵਾਂ ਹੋ ਰਹੀਆਂ, ਲਖੀਮਪੁਰ 'ਚ ਘਟਨਾ ਹੋਈ ਆ, ਇਹ ਸਿਰਫ ਸਰਕਾਰ ਦਾ ਡਰ ਆ ਔਰ ਉਹ ਅੰਦਰੋਂ ਡਰੀ। ਕਿਉਂਕਿ ਜਦੋਂ ਬੰਦਾ ਕਹਿੰਦੇ ਇੱਕ ਹੋਰ ਵੀ ਚੀਜ਼ ਆ, ਕਹਿੰਦੇ ਜਦੋਂ ਕਿਸੇ ਸ਼ੇਰ ਦੀ ਮੌਤ ਆਉਂਦੀ ਹੈ ਨਾ ਉਹ ਪਿੰਡ ਵੱਲ ਨੂੰ ਭੱਜਦਾ। ਤਾਂ ਅੱਜ ਮੋਦੀ ਜਿਹੜੀ ਗਵਰਨਮੈਂਟ ਆ ਬੀਜੇਪੀ ਦਾ ਖਾਤਮਾ ਹੋਣ ਤੇ ਆਇਆ ਹੋਇਆ, ਇਸ ਕਰਕੇ ਕੁਝੀਆਂ ਹਰਕਤਾਂ ਕਰ ਰਹੇ ਆ ਜਿਹਦੇ ਕਰਕੇ ਪੂਰੇ ਇੰਡੀਆ ਦੇ ਵਿੱਚ ਹੌਲੀ ਹੌਲੀ ਇਹਨਾਂ ਦਾ ਜਿਹੜਾ ਗ੍ਰਾਫ ਆ ਗਿਰਦਾ ਜਾ ਰਿਹਾ। ਸੋ ਲਗਾਤਾਰ ਜਿਹੜਾ ਸੰਘਰਸ਼ ਜਿਹੜਾ ਜਾਰੀ ਹੈ। ਮੈਂ ਇੱਧਰ ਜਿਹੜੇ ਆ ਨੌਜਵਾਨ ਜਿਹੜੀਆਂ ਕੁੜੀਆਂ ਉਹ ਵੀ ਇੱਥੇ ਪਹੁੰਚੀਆਂ ਹੋਈਆਂ, ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ, ਨੇ ਵਿਚਾਰ ਜਾਣਾਂਗੇ। ਸਤਿ ਸ਼੍ਰੀ ਅਕਾਲ ਜੀ। ਤੁਹਾਨੂੰ ਕੀ ਲੱਗਿਆ? ਦੇਖੋ ਤੁਸੀਂ ਨੌਜਵਾਨ ਹੋ, ਕਿਹੜੀ ਕਲਾਸ 'ਚ ਪੜ੍ਹਦੇ ਹੋ? ਮੈਂ ਸੀਏ ਕਰ ਰਹੀ ਹਾਂ, ਮੇਰੀ ਮਾਸਟਰਸ ਕੰਪਲੀਟ ਹੋ ਗਈ ਹੈ। ਠੀਕ ਹੈ ਜੀ। ਤੁਸੀਂ ਹੈ ਨਾ ਕਾਲਜੀਏਟ ਹੋ, ਤੇ ਤੁਹਾਨੂੰ ਕਿਵੇਂ ਲੱਗਿਆ ਕਿ ਕਿਸਾਨੀ ਸੰਘਰਸ਼ ਨੂੰ ਹਮਾਇਤ ਸਾਨੂੰ ਕਰਨੀ ਚਾਹੀਦੀ? ਕਿਉਂ ਲੱਗਿਆ ਜੀ ਤੁਹਾਨੂੰ? ਦੇਖੋ ਅਸੀਂ ਖੁਦ ਵੀ ਆਰ ਡਾਟਰਸ ਆਫ ਫਾਰਮਰਸ ਹੈ ਨਾ। ਜੇ ਅਸੀਂ ਅੱਗੇ ਨਹੀਂ ਆਵਾਂਗੇ ਤਾਂ ਹੋਰ ਕੌਣ ਆਊਗਾ? ਅਸੀਂ ਇਸ ਕੰਟਰੀ ਦਾ ਮੈਂ ਕਾਮਰਸ ਦੀ ਸਟੂਡੈਂਟ ਹਾਂ ਐਂਡ ਇਹ ਬਿਲਸ ਬਿਲਕੁਲ ਕਾਮਰਸ ਦੇ ਰਿਲੇਟਡ ਨੇ। ਇਹ ਬਿਲਸ ਬਿਲਕੁਲ ਜਿਹੜਾ ਸਾਡਾ ਡੈਮੋਕ੍ਰੈਟਿਕ ਸਿਸਟਮ ਹੈ ਉਹਨੂੰ ਬਿਲਕੁਲ ਖਤਮ ਕਰਨ ਦੇ ਲਈ ਨੇ। ਤੇ ਸਿਰਫ ਇੱਕ ਕਾਮਰਸ ਦੇ ਵਿੱਚ ਅਸੀਂ ਪੜ੍ਹਦੇ ਹਾਂ ਕਿ ਕੋਈ ਵੀ ਕਾਰਪੋਰੇਸ਼ਨ ਹੈ ਜਿਹੜੀ ਉਹ ਕਿਸੇ ਵੀ ਸੁਸਾਇਟੀ ਦੇ ਕਿਸੇ ਵੀ ਗਰੁੱਪ ਨੂੰ ਨੀਚੇ ਕਰਕੇ ਖੁਦ ਉੱਤੇ ਨਹੀਂ ਉੱਠ ਸਕਦੀ। ਉਹ ਸਭ ਦੇ ਗੁੱਡ ਫੇਥ ਦੇ ਵਿੱਚ ਕੰਮ ਕਰੇਗੀ। ਬਟ ਇਸ ਟਾਈਮ ਤੇ ਕੀ ਹੋ ਰਿਹਾ ਕਿ ਕਾਰਪੋਰੇਸ਼ਨਸ ਨੇ ਜਿਹੜੀਆਂ ਉਹ ਆਪਣੇ ਬੈਨੀਫਿਟ ਦੇ ਲਈ ਦੂਜਿਆਂ ਦੇ ਰਾਈਟਸ ਨੂੰ ਬਿਲਕੁਲ ਖਤਮ ਕਰ ਰਹੀਆਂ ਨੇ। ਤਾਂ ਸਾਡਾ ਬਿਲਕੁਲ ਹੱਕ ਹੈ, ਜਦੋਂ ਅਸੀਂ ਆਪਣੀਆਂ ਡਿਊਟੀਆਂ ਫੁੱਲਫਿਲ ਕਰ ਰਹੇ ਹਾਂ ਤਾਂ ਸਾਡਾ ਬਿਲਕੁਲ ਹੱਕ ਹੈ ਕਿ ਅਸੀਂ ਅੱਗੇ ਹੋ ਕੇ ਸਪੋਰਟ ਕਰੀਏ ਫਾਰਮਰਸ ਦੀ। ਤੇ ਕਿਤੇ ਨਾ ਕਿਤੇ ਇਹ ਵੀ ਲੱਗਦਾ ਅਗਰ ਸਰਕਾਰ ਇਸੇ ਤਰ੍ਹਾਂ ਧੱਕਾ ਕਰਦੀ ਰਹੀ, ਕੱਲ੍ਹ ਨੂੰ ਵਿਦਿਆਰਥੀਆਂ ਦੇ ਜਿਹੜੇ ਕਾਲਜ ਆ, ਯੂਨੀਵਰਸਿਟੀਆਂ ਜੋ ਸਟੇਟਾਂ ਦੇ ਅਧਿਕਾਰਾਂ ਦੇ ਅੰਡਰ ਆਉਣੀਆਂ ਆ, ਉਹਨਾਂ ਨੂੰ ਸੈਂਟਰ ਗਵਰਨਮੈਂਟ ਜ਼ਬਤ ਕਰ ਸਕਦੀ ਜਾਂ ਫਿਰ ਆਪਣਾ ਸਿਸਟਮ ਆ ਜਿਹੜਾ ਲਾਗੂ ਕਰ ਸਕਦੀ ਹੈ ਜੀ? ਬਿਲਕੁਲ, ਜੋ ਹੋ ਹੀ ਰਿਹਾ ਹੈ। ਪੰਜਾਬ ਯੂਨੀਵਰਸਿਟੀ ਦੇ ਵਿੱਚ ਕਿੰਨੇ ਦਾ ਪ੍ਰੋਟੈਸਟਸ ਹੁੰਦੇ ਆ, ਹਰ ਰੋਜ਼ ਪ੍ਰੋਟੈਸਟ ਹੁੰਦੇ ਆ। ਈਵਨ ਮੈਂ ਉੱਥੇ ਵੀ ਥੋੜੇ ਟਾਈਮ ਲਈ ਪਾਰਟ ਰਹੀ ਹਾਂ ਪ੍ਰੋਟੈਸਟ ਦਾ। ਤੇ ਮਤਲਬ ਸੈਂਟਰ ਨੇ ਹੁਣ ਰੀਸੈਂਟਲੀ ਕੀ ਕੀਤਾ, ਪੰਜਾਬ ਦੇ ਵਿੱਚ BSF ਦੀ ਲਾਦੀ, ਮਤਲਬ ਜੋ ਕਿ ਫੈਡਰਲਿਜ਼ਮ ਨੂੰ ਸਾਡੇ ਨੂੰ ਬਿਲਕੁਲ ਖਤਮ ਕਰਦੀ ਹੈ, ਸਾਡੇ ਡੈਮੋਕ੍ਰੈਟਿਕ ਸਿਸਟਮ ਨੂੰ ਖਤਮ ਕਰਦੀ ਹੈ। BJP ਦਾ ਰੋਲ ਕੀ ਹੈ? ਉਹਨਾਂ ਨੇ ਕਾਲਜਸ ਨੂੰ, ਸਕੂਲਸ ਨੂੰ, ਹਰ ਚੀਜ਼ ਨੂੰ ਉਹਨਾਂ ਨੇ ਆਪਣੇ ਅੰਡਰ ਕਰਨਾ ਹੈ। ਉਹਨਾਂ ਨੇ ਸਿਰਫ ਉੱਥੇ ਇਹੀ ਪੜ੍ਹਾਉਣਾ ਹੈ ਕਿ ਜੋ ਕੁਝ ਅਸੀਂ ਹੈਗੇ ਆ ਉਹੀ ਸਹੀ ਹੈ ਐਂਡ ਲੋਕਾਂ ਨੂੰ ਲੋਕਾਂ ਨੂੰ ਬਿਲੀਵ ਕਰਵਾ ਦੇਣਾ ਕਿ ਜੋ ਅਸੀਂ ਕਹਿ ਰਹੇ ਹਾਂ ਉਹ ਸਹੀ ਹੈ ਐਂਡ ਜੋ ਤੁਸੀਂ ਕਹਿ ਰਹੇ ਹੋ ਉਹ ਗਲਤ ਹੈ, ਜਿਵੇਂ ਕਿ ਉਹ ਹੁਣ ਕਰ ਰਹੇ ਨੇ। ਲੋਕਾਂ ਦੀ ਮਾਨਸਿਕਤਾ ਉੱਤੇ ਸੱਟ ਮਾਰਨੇ ਦੀ ਕੋਸ਼ਿਸ਼ ਕਰ ਰਹੀ ਹੈ। ਬਿਲਕੁਲ, ਉਹ ਇਮੋਸ਼ਨਲੀ ਸਾਡੇ ਉੱਤੇ ਸਾਨੂੰ ਬਲੈਕਮੇਲ ਕਰਕੇ ਤੇ ਆਪਣਾ ਪੱਖ ਮੂਹਰੇ ਰੱਖ ਕੇ ਲੋਕਾਂ ਨੂੰ ਦਬਾ ਕੇ ਸਾਰੇ ਚੈਨਲਸ ਖਰੀਦ ਕੇ, ਥੈਂਕਸ ਟੂ ਯੂ, ਥੈਂਕਸ ਟੂ ਵਧੀਆ ਚੈਨਲਸ ਜਿਹੜੇ ਸੱਚ ਦਿਖਾ ਰਹੇ ਨੇ ਅੱਜ ਦੇ ਟਾਈਮ 'ਚ ਵੀ, ਉਹ ਸਾਰੇ ਚੈਨਲਸ ਨੂੰ ਖਰੀਦ ਕੇ ਪੂਰੇ ਇੰਡੀਆ ਨੂੰ ਖਰੀਦ ਕੇ ਆਪਣੇ ਅੰਦਰ ਕਰਨਾ ਚਾਹੁੰਦੇ ਆ। ਤੇ ਉਹ ਇਹੀ ਚਾਹੁੰਦੇ ਨੇ ਕਿ ਹੁਣ ਫਾਰਮਿੰਗ ਜਿਹੜੀ ਹੋ ਰਹੀ ਆ ਉਹ ਵੀ ਸਾਡੇ ਅੰਡਰ, ਜਿਹੜੇ ਕਾਰਪੋਰੇਸ਼ਨਸ ਨੇ ਸਾਡੇ ਅਕੋਰਡਿੰਗ ਚੱਲਣ ਵਾਲੇ ਨੇ, ਜਿਹੜੇ ਅਸੀਂ ਉਹਨਾਂ ਦੇ ਅੰਡਰ ਕਰ ਦਈਏ ਫਾਰਮਿੰਗ ਵੀ। ਕੀ ਲੱਗਦਾ ਤੁਹਾਨੂੰ ਕੀ ਹੱਲ ਹੋਣਾ ਚਾਹੀਦਾ? ਤੁਸੀਂ ਇੱਕ ਨੌਜਵਾਨ ਹੋ, 2022 ਵਿੱਚ ਚੋਣਾਂ ਆ ਰਹੀਆਂ, 74 ਸਾਲ ਹੋ ਗਏ, ਲਗਾਤਾਰ ਚੋਣਾਂ ਹੁੰਦੀਆਂ, ਲਗਾਤਾਰ ਸਰਕਾਰਾਂ ਬਦਲਦੀਆਂ, ਲਗਾਤਾਰ ਪੰਜਾਬ ਦਾ ਹਾਲ ਆ ਉਹ ਮਾੜਾ ਹੁੰਦਾ ਜਾ ਰਿਹਾ, ਲੀਡਰਾਂ ਦੇ ਘਰ ਭਰਦੇ ਜਾ ਰਹੇ ਆ। ਤੁਹਾਨੂੰ ਕੀ ਲੱਗਦਾ ਪੰਜਾਬ ਨੂੰ ਬਚਾਉਣ ਦੇ ਲਈ ਕੀ ਹੱਲ ਹੋਣਾ ਚਾਹੀਦਾ ਜੀ? ਜੇ ਅਸੀਂ ਗਵਰਨਮੈਂਟ ਦੀ ਗੱਲ ਕਰੀਏ, ਹੁਣ ਦੇਖੋ ਪਹਿਲਾਂ ਗਵਰਨਮੈਂਟ ਕਹਿੰਦੀ ਸੀ ਕਿ ਇਹ ਟੈਰਰਿਸਟ ਨੇ। ਗਵਰਨਮੈਂਟ ਨੇ ਕਿਹੜੀ ਹੱਦ ਹੈ ਜਿਹੜੀ ਉਹ ਪਾਰ ਨਹੀਂ ਕੀਤੀ ਸਾਨੂੰ ਟੈਰਰਿਸਟ ਪ੍ਰੂਵ ਕਰਨ ਵਾਸਤੇ। ਬਟ ਹੁਣ ਫਿਰ ਕਹਿਣ ਲੱਗੇ ਫਾਰਮਰਸ ਹੈ, ਹੁਣ ਝੁਕ ਰਹੇ ਨੇ ਨਾ ਹੌਲੀ ਹੌਲੀ ਕਰਕੇ। ਪਹਿਲਾਂ ਕਹਿੰਦੇ ਬਿੱਲ ਸਹੀ ਨੇ, ਹੁਣ ਕਹਿੰਦੇ 99% ਅਸੀਂ ਅਮੈਂਡ ਕਰ ਦਿੰਦੇ ਹਾਂ ਕਿਉਂਕਿ ਸਾਨੂੰ ਪਤਾ ਲੱਗ ਗਿਆ ਕਿ ਇਹ ਗਲਤ ਨੇ। ਤਾਂ ਅਸੀਂ ਐਕਚੁਅਲੀ 'ਚ ਹੁਣ ਤੱਕ ਲੋਕ ਨਾ ਗਵਰਨਮੈਂਟ ਨੂੰ ਇਹ ਸਮਝਦੇ ਕਿ ਇਹ ਸਾਡੇ ਉੱਤੇ ਕੰਮ ਕਰਦੀ ਹੈ, ਇਹ ਨਹੀਂ ਸੀ ਸਮਝਦੇ ਕਿ ਅਸੀਂ ਇਹਨਾਂ ਦੇ ਉੱਤੇ ਕੰਮ ਕਰਦੇ ਹਾਂ। ਤਾਂ ਜਦੋਂ ਤੱਕ ਲੋਕ ਇਹ ਨਹੀਂ ਸਮਝਣਗੇ ਨਾ ਕਿ ਇਹ ਸਾਡੇ ਚੁਣੇ ਹੋਏ ਨੇ, ਅਸੀਂ ਇਹਨਾਂ ਦੇ ਪੈਰਾਂ 'ਚ ਨਹੀਂ ਜਾ ਕੇ ਡਿੱਗਣਾ, ਉਦੋਂ ਤੱਕ ਪੰਜਾਬ ਦਾ ਜਾਂ ਕਿਸੇ ਵੀ ਕੰਟਰੀ ਦਾ ਸੁਧਾਰ ਨਹੀਂ ਹੋ ਸਕਦਾ। ਤਾਂ ਇਹ ਸਾਡੇ ਹੱਥ 'ਚ ਹੈ ਕਿ ਅਸੀਂ ਗਵਰਨਮੈਂਟ ਨੂੰ ਆਪਣੀਆਂ ਮੰਗਾਂ ਨੇ ਜਿਹੜੀਆਂ ਉਹ ਮੰਗਵਾਈਏ, ਅਸੀਂ ਉਹਨਾਂ ਤੋਂ ਫੁੱਲਫਿਲ ਕਰਵਾਈਏ ਜੋ ਚੀਜ਼ ਸਹੀ ਹੈ। ਬਹੁਤ ਧੰਨਵਾਦ ਜੀ। ਤੁਸੀਂ ਵੀ ਪੜ੍ਹਦੇ ਹੋ ਸਕੂਲ 'ਚ? ਕਿਹੜੇ ਸਕੂਲ 'ਚ ਪੜ੍ਹਦੇ ਹੋ ਜੀ? ਮੈਂ ਗ੍ਰੈਜੂਏਸ਼ਨ ਫਾਈਨਲ ਈਅਰ, ਆਈ ਐਮ ਇਨ ਕਾਲਜ। ਠੀਕ ਹੈ ਕਾਲਜੀਏਟ ਹੋ ਤੁਸੀਂ। ਮੇਰਾ ਸਵਾਲ ਹੈ ਕੀ ਲੱਗਦਾ ਕੀ ਹੋਣਾ ਚਾਹੀਦਾ? ਸੰਯੁਕਤ ਮੋਰਚੇ ਨੂੰ ਕਿਸ ਤਰ੍ਹਾਂ ਦਾ ਫੈਸਲਾ ਲੈਣਾ ਚਾਹੀਦਾ ਕਿਉਂਕਿ ਲਗਾਤਾਰ 10 ਮਹੀਨੇ ਤੋਂ ਵੱਧ ਦਾ ਜਿਹੜਾ ਸਮਾਂ ਹੋ ਚੁੱਕਿਆ ਹੈ? ਦੇਖੋ, ਜਿਵੇਂ ਕਿਸਾਨ ਸੰਯੁਕਤ ਮੋਰਚੇ ਵੱਲੋਂ ਜੋ ਵੀ ਕਾਲ ਆਏਗੀ ਅਸੀਂ ਉਹਨਾਂ ਨੂੰ ਫੋਲੋ ਕਰਾਂਗੇ। ਉਹ ਸਾਡੇ ਬਹੁਤ ਵੱਡੇ ਨੇ, ਉਹਨਾਂ ਨੂੰ ਬਹੁਤ ਪਤਾ ਹੈ, ਉਹਨਾਂ ਨੇ ਇਹ ਲੜਾਈਆਂ ਲੜੀਆਂ ਹੋਈਆਂ ਨੇ, ਸਾਡੇ ਨਾਲੋਂ ਜ਼ਿਆਦਾ ਪਤਾ ਹੈ। ਉਹ ਜਿੱਦਾਂ ਕਰਨਗੇ ਅਸੀਂ ਉੱਦਾਂ ਹੀ ਚੱਲਾਂਗੇ।
ਬਹੁਤ ਧੰਨਵਾਦ ਜੀ। ਸੋ ਲਗਾਤਾਰ ਜਿਹੜੀ ਆ ਸੁਹਾਣੇ ਦੀ ਜੋ ਵੀ ਇੱਥੇ ਚੌਂਕ ਦੇ ਵਿੱਚ ਬੈਠੇ ਹੋਏ ਆ ਨੌਜਵਾਨ ਭੈਣ ਵੀਰਾ ਜੋ ਵੀ ਜਿੰਨੇ ਵੀ ਕਹਿ ਸਕਦੇ ਆ ਕਿ 5 ਸਾਲ ਤੋਂ 7 ਸਾਲ ਦੇ ਬੱਚੇ ਤੋਂ ਲੈ ਕੇ 70-80 ਸਾਲ ਤੱਕ ਦੇ ਬਜ਼ੁਰਗ ਜਿਹੜੇ ਆ ਇੱਥੇ ਪਹੁੰਚੇ ਹੋਏ ਆ ਕਿਸਾਨੀ ਸੰਘਰਸ਼ ਨੂੰ ਹਮਾਇਤ ਕਰ ਰਹੇ ਆ ਆਪਣੇ ਕੰਮਕਾਰ ਛੱਡ ਕੇ। ਸੋ ਇੱਥੇ ਸਾਡੇ ਨਾਲ ਇੱਕ ਸਟੂਡੈਂਟ ਜੁੜੇ ਆ ਲਵਲੀਨ ਕੌਰ ਇਹਨਾਂ ਦਾ ਨਾਮ ਆ। ਸੋ ਇਹਨਾਂ ਦਾ ਕਹਿਣਾ ਕਿ ਪਹਿਲੇ ਦਿਨ ਇਹ ਇਸ ਧਰਨੇ ਦੇ ਵਿੱਚ ਪਹੁੰਚੇ ਆ 10 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ। ਅਸੀਂ ਜਾਣਨਾ ਚਾਹੁੰਦੇ ਆ ਕਿ ਜਦੋਂ 10 ਮਹੀਨੇ ਹੋ ਗਏ ਸੀ ਧਰਨੇ ਨੂੰ ਉਸ ਟਾਈਮ ਤੁਹਾਡੇ ਮਨ ਵਿੱਚ ਖਿਆਲ ਨਹੀਂ ਆ ਜਾਂ ਕਿ ਕੁਝ ਗਲਤ ਇੰਟੈਂਸ਼ਨ ਬਣੀ ਹੋਈ ਸੀ? ਮਨ 'ਚ ਬਹੁਤ ਖਿਆਲ ਆਇਆ ਸੀ ਕਿ ਇਦਾਂ ਕਿਉਂ ਹੋ ਰਿਹਾ ਹੈ, ਇੱਦਾਂ ਸਭ ਕੁਝ ਇਦਾਂ ਲੋਕੀ ਫੇਸ ਕਰਦੇ ਨੇ ਸਭ ਕੁਝ। ਸੋ ਮੇਰੀ ਫਰੈਂਡ ਨੇ ਅੱਜ ਮੈਨੂੰ ਮੋਟੀਵੇਟ ਕੀਤਾ ਕਿ ਤੁਸੀਂ ਵੀ ਆਉਣਾ ਤੁਹਾਨੂੰ ਵੀ ਆਉਣਾ ਚਾਹੀਦਾ ਹੈ ਅਤੇ ਤੁਸੀਂ ਵੀ ਆਓ। ਅਤੇ ਮੈਨੂੰ ਕਾਫੀ ਉਹਨਾਂ ਨੇ ਕੁਝ ਦੱਸਿਆ ਕਿ ਕੀ ਲਾਜ਼ ਬਣਾਏ ਨੇ, ਕੀ ਕੀਤਾ ਹੈ ਜੋ ਕਿ ਨੁਕਸਾਨਦਾਇਕ ਨੇ ਫਾਰਮਰਸ ਲਈ। ਅਤੇ ਫਿਰ ਹੁਣ ਮੈਨੂੰ ਨਿਊਜ਼ ਦੇਖ ਕੇ ਮੈਂ ਕਾਫੀ ਚਿਰ ਤੋਂ ਨਿਊਜ਼ ਵੇਖ ਰਹੀਆਂ ਸੀ ਅਤੇ ਮੈਂ ਵੇਖਿਆ ਕਿ ਉੱਥੇ ਮੇਰੇ ਵਰਗੇ ਸਟੂਡੈਂਟਸ ਉੱਥੇ ਬੈਠੇ ਨੇ ਅਤੇ ਬਜ਼ੁਰਗ ਉੱਥੇ ਬੈਠੇ ਨੇ, ਮੇਰੇ ਮਾਂ ਪਿਓ ਵਰਗੇ ਉੱਥੇ ਲੋਕੀ ਬੈਠੇ ਨੇ ਜੋ ਬੜਾ ਸਫਰ ਕਰ ਰਹੇ ਹੈ। ਤਾਂ ਉਹਨਾਂ ਨੂੰ ਸਪੋਰਟ ਕਰਨ ਵਾਸਤੇ ਮੈਂ ਇੱਥੇ ਖੜੀ ਹਾਂ। ਇਹਦਾ ਮਤਲਬ ਆਪਾਂ ਇਹ ਕਹਿ ਸਕਦੇ ਕਿਤੇ ਨਾ ਕਿਤੇ ਜਿਹੜੀ ਜੋ ਵੀ ਖੇਤੀ ਕਾਨੂੰਨ ਬਣਾਏ ਆ ਉਹਨਾਂ ਦੀ ਲੋਕਾਂ ਦਾ ਬਹੁਤ ਬੜਾ ਹਿੱਸਾ ਉਹਦੀ ਸਟੱਡੀ ਤੋਂ ਵਾਂਝਾ ਆ। ਹਾਂਜੀ ਯੂਥ ਨੂੰ ਵੈਸੇ ਤਾਂ ਬਹੁਤ ਜ਼ਿਆਦਾ ਸਪੋਰਟ ਕਰਨਾ ਚਾਹੀਦਾ ਕਿਉਂਕਿ ਯੂਥ ਨੂੰ ਪਤਾ ਹੈ ਕਿ ਸਾਡੇ ਲਈ ਵਾਸਤੇ ਅੱਛਾ ਹੈ ਕਿ ਸਾਡੇ ਵਾਸਤੇ ਮਾੜਾ ਹੈ। ਹਾਂਜੀ ਠੀਕ ਹੈ ਜੀ। ਤੇ ਹੁਣ ਕੀ ਲੱਗਦਾ ਲਗਾਤਾਰ ਇੱਥੇ ਆਉਂਗੇ ਜੀ? ਹਾਂਜੀ ਹੁਣ ਮੈਨੂੰ ਅੱਜ ਬੜੀ ਹਿੰਮਤ ਮਿਲੀ ਹੈ ਇੱਥੇ ਆਉਣ ਤੋਂ, ਮੈਨੂੰ ਬੜੀ ਪੋਜ਼ਿਟਿਵਿਟੀ ਮਿਲੀ ਹੈ ਤੇ ਮੈਂ ਹਰ ਰੋਜ਼ ਆਵਾਂਗੀ। ਠੀਕ ਹੈ ਜੀ। ਤੁਸੀਂ ਕਾਲਜ 'ਚ ਪੜ੍ਹਦੇ ਹੋ? ਹਾਂਜੀ ਮੇਰਾ ਦੂਜਾ ਦਿਨ ਹੈ ਜੀ, ਮੈਂ ਵੀ ਕੱਲ ਪੜ੍ਹਨਾ ਸ਼ੁਰੂ ਕੀਤਾ। ਹਾਂਜੀ ਡਰ ਨਹੀਂ ਲੱਗਦਾ ਲਖੀਮਪੁਰ ਖੀਰੀ ਦੇ ਵਿੱਚ ਕਿਸਾਨਾਂ ਨੂੰ ਕਤਲ ਕਰ ਦਿੱਤਾ ਜਾਂਦਾ, ਕਰਨਾਲ ਦੇ ਵਿੱਚ ਡਾਂਗਾ ਮਾਰ-ਮਾਰ ਸਿਰ ਪਾੜ ਦਿੱਤੇ ਜਾਂਦੇ ਆ, ਡਰ ਨਹੀਂ ਲੱਗਦਾ ਤੁਹਾਨੂੰ ਕਿ ਜੇ ਇੱਥੇ ਮੰਨ ਲਓ ਇੱਦਾਂ ਦਾ ਹਾਦਸਾ ਹੋ ਗਿਆ ਤਾਂ ਕੀ ਕਰੋਗੇ? ਨਹੀਂ ਜੀ ਦੇਖੋ ਜਿਹੜੀ ਰੋਟੀ ਆ ਉਹ ਹਰ ਕੋਈ ਖਾਂਦਾ, ਭਾਵੇਂ ਉਹ ਬਜ਼ੁਰਗ ਆ, ਭਾਵੇਂ ਯੂਥ ਆ, ਭਾਵੇਂ ਕੋਈ ਵੀ ਆ। ਤੇ ਭਾਵੇਂ ਹੁਣ ਅਸੀਂ ਬਿਲਕੁਲ ਵੀ ਨਹੀਂ ਡਰਦੇ, ਸਗੋਂ ਮੈਂ ਆਪਣੀ ਫਰੈਂਡ ਨੂੰ ਵੀ ਬੁਲਾਇਆ, ਮੈਂ ਕਿ ਜੋ ਮਰਜ਼ੀ ਹੋਣ ਦੇ ਯਾਰ ਆਪਾਂ ਇਹਨਾਂ ਦਾ ਪੂਰਾ ਸਾਥ ਦੇਣਾ ਆ। ਅਸੀਂ ਕਾਫੀ ਦੇਰ ਤੋਂ ਸੋਚ ਰਹੇ ਸੀ ਕਿ ਇਹਨਾਂ ਦਾ ਸਾਥ ਦੇਵਾਂਗੇ, ਫਿਰ ਪੇਪਰ ਦੇ ਵਿੱਚ ਆ ਗਏ, ਪਰ ਹੁਣ ਤਾਂ ਅਸੀਂ ਕਿ ਅਸੀਂ ਵੀ ਯੋਗਦਾਨ ਜ਼ਰੂਰ ਪਾਉਣਾ ਹੀ ਹੈ ਇਹਦੇ 'ਚ। ਤੇ ਪੇਰੈਂਟਸ ਨੇ ਨਹੀਂ ਰੋਕਿਆ? ਕਿਉਂਕਿ ਦੇਖੋ ਕਈਆਂ ਦੇ ਪੇਰੈਂਟਸ ਜਿਹੜੇ ਆ ਰੋਕਦੇ ਆ ਵੀ ਹਾਂ ਤੁਸੀਂ ਸੰਘਰਸ਼ ਨਹੀਂ ਜਾਣਾ, ਉੱਥੇ ਪਤਾ ਨਹੀਂ ਕੀ ਹੋ ਜਾਣਾ ਆ, ਜਾਂ ਕਹਿਣ ਦਾ ਮਤਲਬ ਕਈਆਂ ਦੇ ਪੇਰੈਂਟਸ ਜਿਹੜੇ ਆ ਉਹ ਸ਼ਾਇਦ ਇਹ ਖੇਤੀ ਕਾਨੂੰਨਾਂ ਦੇ ਹੱਕ 'ਚ ਵੀ ਹੋਣ। ਕੀ ਤੁਹਾਡੇ ਪੇਰੈਂਟਸ ਨੇ ਤੁਹਾਨੂੰ ਰੋਕਿਆ ਜੀ? ਨਹੀਂ ਜੀ ਆ ਦੇਖੋ ਮੇਰੇ ਮੰਮਾ ਖੜੇ ਨੇ, ਸਗੋਂ ਇਹਨਾਂ ਨੇ ਮੈਨੂੰ ਕਿਹਾ, ਕਹਿੰਦੇ ਕਿ ਆ ਜਾ ਹਾਲੀ ਪਾਪਾ ਚੱਲੀਏ। ਠੀਕ ਹੈ ਕਿਉਂਕਿ ਤੇ ਮੈਂ ਵੀ ਇੱਕ ਖੇਤੀਬਾੜੀ ਦੀ ਫੈਮਿਲੀ ਨੂੰ ਬਿਲੋਂਗ ਕਰਦੀ, ਮੇਰੇ ਚਾਚਾ ਜੀ ਖੇਤੀ ਕਰਦੇ ਨੇ ਤੇ ਮੈਂ ਸਮਝਦੀ ਹਾਂ ਮੈਂ ਵੀ ਇੱਕ ਕਿਸਾਨ ਦੀ ਧੀ ਹਾਂ ਤੇ ਮੈਂ ਵੀ ਸਮਝਦੀ ਹਾਂ ਆਪਣਾ ਫਰਜ਼ ਇੱਥੇ ਆਉਣਾ, ਇਸ ਕਰਕੇ ਮੈਂ ਸਾਥ ਦੇਣ ਲਈ ਜ਼ਰੂਰ ਆਈ ਹਾਂ ਜੀ ਇੱਥੇ। ਕਿਤੇ ਨਾ ਕਿਤੇ ਬਜ਼ੁਰਗਾਂ ਕਰਕੇ ਹੀ ਆਪਾਂ ਜਿਹੜੇ ਇਸ ਲੈਵਲ ਤੇ ਪਹੁੰਚੇ, ਚਾਹੇ ਇੰਜੀਨੀਅਰ, ਚਾਹੇ ਡਾਕਟਰ, ਚਾਹੇ ਵਕੀਲ, ਚਾਹੇ ਜਿਹੜੀ ਮਰਜ਼ੀ ਸਾਨੂੰ ਬੜੀ ਤੋਂ ਬੜੀ ਉਪਾਧੀ ਮਿਲ ਜਾਵੇ ਜਿਹਦੇ ਨਾਲ ਆਪਾਂ ਖੇਤੀ ਨਾਲ ਸੰਬੰਧਿਤ ਨਾ ਹੋਈਏ, ਪਰ ਬੈਕਗ੍ਰਾਉਂਡ ਤਾਂ ਖੇਤੀ ਨਾਲ ਸੰਬੰਧਿਤ ਹੈ ਜੀ। ਹਾਂਜੀ ਬਿਲਕੁਲ ਜੀ, ਸਾਡੇ ਵੀ ਜਿਵੇਂ ਤੁਹਾਨੂੰ ਕਿਹਾ ਮੇਰੇ ਦਾਦਾ ਜੀ ਵੀ ਖੇਤੀ ਕਰਦੇ ਸੀ, ਮੇਰੇ ਨਾਨਾ ਜੀ ਵੀ ਖੇਤੀ ਕਰਦੇ ਸੀ, ਤਾਂ ਫਿਰ ਇਸ ਕਰਕੇ ਜ਼ਮੀਨ ਨਾਲ ਅਸੀਂ ਜੁੜੇ ਹੋਏ ਹਾਂ। ਬਹੁਤ ਬਹੁਤ ਧੰਨਵਾਦ ਜੀ। ਸੋ ਬਹੁਤ ਵਧੀਆ ਲੱਗਿਆ, ਨੌਜਵਾਨ ਜੁੜੇ ਹੋਏ ਸੀ ਕਾਲਜ ਦੇ। ਇੱਕ ਹੋਰ ਵੀਰ ਸਾਡੇ ਨਾਲ ਜੁੜੇ, ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ। ਵੀਰ ਕੀ ਲੱਗਦਾ ਲਗਾਤਾਰ ਤਸ਼ੱਦਦ ਵੱਧਦਾ ਜਾ ਰਿਹਾ ਲਖੀਮਪੁਰ ਖੀਰੀ 'ਚ? 26 ਜਨਵਰੀ ਦੀ ਘਟਨਾ ਬਹੁਤ ਮਾੜੀ ਹੋਈ ਜੀ। ਫਿਰ ਉਸ ਤੋਂ ਬਾਅਦ ਕਰਨਾਲ ਦੀ ਘਟਨਾ ਕਹਿੰਦੇ ਸਿਰ ਪਾੜ ਦੋ ਇਹਨਾਂ ਦੇ, ਉਹ ਬਹੁਤ ਮਾੜੀ ਘਟਨਾ ਹੋਈ। ਲਖਮੀਰਪੁਰ ਦੀ ਘਟਨਾ ਬਹੁਤ ਮੰਦਭਾਗੀ ਹੋਈ ਜੀ। ਕੀ ਲੱਗਦਾ ਹੱਲ ਹੋਣਾ ਚਾਹੀਦਾ ਜੀ? ਹਾਂਜੀ ਅਸੀਂ ਕਹਿੰਦੇ ਸਾਡੀ ਦੁਸ਼ਮਣੀ ਨਹੀਂ ਕੋਈ ਉਹ ਨਹੀਂ ਹੈਗੀ ਜੀ। ਸਾਡੇ 3 ਕਾਲੇ ਕਾਨੂੰਨ ਰੱਦ ਹੋਣੇ ਚਾਹੀਦੇ ਨੇ। MS ਦੀ ਗਰੰਟੀ ਪੱਕੀ ਚਾਹੀਦੀ ਹੈ ਸਾਨੂੰ। ਗੌਰਮੈਂਟ ਨਾਲ ਕੋਈ ਦੁਸ਼ਮਣੀ ਨਾ, ਅਸੀਂ ਖੜਨਾ ਨਾ ਕੁਛ ਕਰਨਾ, ਸਾਨੂੰ ਜੇ 3 ਕਾਲੇ ਕਾਨੂੰਨ ਰੱਦ ਹੋਣੇ ਚਾਹੀਦੇ, MSc ਦੀ ਗਰੰਟੀ ਚਾਹੀਦੀ ਸਾਨੂੰ, ਹੋਰ ਕੁਛ ਨਹੀਂ ਬਸ। ਬਹੁਤ ਬਹੁਤ ਧੰਨਵਾਦ ਜੀ। ਸੋ ਜੁੜੇ ਹੋਏ ਸੀ ਵੀਰ ਇੱਕ। ਸੋ ਗੱਲ ਕਰ ਲਈ, ਮੈਂ ਇੱਕ ਸਾਰਿਆਂ ਨੂੰ ਇੱਕ ਗੱਲ ਕਹਿਣਾ ਚਾਹੂੰਗਾ ਕਿ ਦਿਮਾਗ ਜਿਹੜਾ ਉਹ ਹੋਣਾ ਬਹੁਤ ਜ਼ਰੂਰੀ ਆ। ਸਰੀਰ ਕੋਈ ਮੁਆਇਨੇ ਨਹੀਂ ਰੱਖਦਾ। ਜਿਸ ਬੰਦੇ ਕੋਲ ਦਿਮਾਗ ਨਹੀਂ ਨਾ, ਕਈ ਤੁਸੀਂ ਦੇਖੇ ਨੇ ਚੌਂਕਾਂ ਦੇ ਵਿੱਚ ਕਈ ਬੰਦੇ ਪਾਗਲ ਹੋਏ ਘੁੰਮਦੇ ਹੁੰਦੇ ਆ, ਔਰ ਜਿਹਨੇ ਕੁਝ ਕਰਨਾ ਹੁੰਦਾ ਸਰੀਰ ਦਾ, ਚਾਹੇ ਕੁਝ ਵੀ ਸਰੀਰ ਦਾ ਹਿੱਸਾ ਨਾ ਚੱਲਦਾ ਹੋਵੇ, ਕਈ ਉਦਾਹਰਨਾਂ ਪਈਆਂ ਜਿਹੜੇ ਫਿਰ ਵੀ ਦੁਨੀਆ ਦੇ ਉੱਤੇ ਆਪਣਾ ਨਾਮ ਬਣਾ ਜਾਂਦੇ ਆ। ਸੋ ਇੱਕ ਵੀਰ ਸਾਡੇ ਨਾਲ ਅਜਿਹੇ ਜੁੜੇ ਹੋਏ ਆ, ਥੋੜਾ ਡਿਸੇਬਲ ਆ ਬਾਡੀ ਤੋਂ, ਪਰ ਜ਼ਮੀਰ ਹੈਗੀ ਆ, ਹੌਸਲਾ ਹੈ ਅੰਦਰ, ਤੇ ਕਿਸਾਨੀ ਅੰਦੋਲਨ ਨਾਲ ਜੁੜੇ ਹੋਏ ਆ। ਸਭ ਤੋਂ ਪਹਿਲਾਂ ਸਵਾਗਤ ਕਰਦੇ ਖਾਸ ਤੌਰ ਤੇ ਤੁਹਾਡਾ ਜੀ, ਤੁਸੀਂ ਇੱਥੇ ਕਿਸਾਨੀ ਅੰਦੋਲਨ 'ਚ ਜਿਹੜੀ ਸਪੋਰਟ ਕਰਨ ਆਏ ਆ ਜੀ। ਧੰਨਵਾਦ ਜੀ ਬਹੁਤ ਬਹੁਤ ਵੀਰੇ। ਤੇ ਕੀ ਲੱਗਦਾ ਵੀਰ ਸੰਘਰਸ਼ ਕਿੱਧਰ ਨੂੰ ਜਾ ਰਿਹਾ? ਜਿਸ ਤਰ੍ਹਾਂ ਤਸ਼ੱਦਦ ਲਗਾਤਾਰ ਵੱਧਦਾ ਜਾ ਰਿਹਾ, ਹੱਲ ਹੋਣਾ ਚਾਹੀਦਾ ਜੀ? ਵੀਰੇ ਹੱਲ ਹੋਣਾ ਚਾਹੀਦਾਗਾ, ਬਸ ਮੈਨੂੰ ਲੱਗਦਾ ਨਵੰਬਰ 'ਚ ਸ਼ਾਇਦ ਹੱਲ ਹੋ ਵੀ ਜਾਵੇ। ਸਰਕਾਰ ਤੇ ਬਹੁਤ ਪ੍ਰੈਸ਼ਰ ਬਣਿਆ ਹੋਇਆਗਾ। ਤਸ਼ੱਦਦ ਦਾ ਹੁਣ ਸਾਡੇ ਲਖੀਮਪੁਰ ਖੀਰੀ 4 ਕਿਸਾਨ ਮਾਰੇ ਗਏ, ਸਾਨੂੰ ਬਹੁਤ ਅਫਸੋਸ ਹੋਇਆ। ਨਹੀਂ ਮਾਰਨਾ ਚਾਹੀਦਾ ਸੰਘਰਸ਼, ਮਤਲਬ ਕਾਨੂੰਨ ਗਲਤ ਨੇ, ਰੱਦ ਹੋਣੇ ਚਾਹੀਦੇ ਨੇ। ਚਲੋ ਸੰਘਰਸ਼ 'ਚ ਕਹਣਾ ਜੰਗਾਂ ਲੜਦੇ ਆ ਤਾਂ ਸਿੱਧੀਆਂ ਤਾਂ ਹੁੰਦੀਆਂ ਵੀਰੇ। ਕਿਤੇ ਵੀ ਇਹ ਵੀ ਕਿਹਾ ਜਾ ਸਕਦਾ ਜਿਸ ਤਰ੍ਹਾਂ ਸਰਕਾਰ ਇਸ ਤਰ੍ਹਾਂ ਦੇ ਮਤਲਬ ਕਿ ਕੰਮ ਕਾਰਗੁਜ਼ਾਰੀਆਂ ਕਰਦੀ ਆ ਨਾ ਜਿਹੜੀਆਂ ਸ਼ਰਮਨਾਕ ਆ, ਤੇ ਦੂਏ ਪਾਸੇ ਆ BSF ਦਾ ਵੀ ਘੇਰਾ ਵਧਾਤਾ ਕਿ ਸਰਕਾਰ ਬੁਖਲਾਹਟ ਵਿੱਚ ਘੁੰਮ ਰਹੀ ਆ। ਹਾਂਜੀ ਸਰਕਾਰ ਬੁਖਲਾਹਟ 'ਚ ਆ ਵੀਰੇ, ਰੱਦ ਕਰਨੇ ਤੋਂ ਬਗੈਰ ਹੱਲ ਕੋਈ ਨਹੀਂ ਹੈਗਾ।
ਬਾਕੀ ਥੋੜੀ ਮੋਟੀਆਂ ਚੱਲਾਂ ਗਿਆ, ਚੱਲ ਲੈਣ ਤੋਂ ਜਿੰਨੀ ਦੇਰ ਚੱਲਦੀਆਂ ਕਿ, ਪਰ ਕਿਸਾਨ ਪਿੱਛੇ ਹਟਣ ਵਾਲੇ ਨੇ। ਤੁਹਾਡੇ ਸਾਹਮਣੇ ਡਟੇ ਬੈਠੇ ਨੇ, ਇੱਥੇ ਵੀ ਤੁਸੀਂ ਦੇਖ ਲਿਆ ਚੌਂਕਾਂ ਤੇ, ਦਿੱਲੀ ਵੀ ਡਟੇ ਹੋਏ ਨੇ, ਤੇ ਜਦ ਮਰਜ਼ੀ ਮੰਨ ਜਾਵੇ, ਮੰਨਣਾ ਤਾਂ ਪੈਣਾ ਹੀ ਆ ਵੀਰੇ। ਬਹੁਤ ਬਹੁਤ ਧੰਨਵਾਦ ਵੀਰ। ਸੋ ਵੀਰ ਜੁੜੇ ਹੋਏ ਸੀ। ਦੇਖੋ ਜੀ, ਸਮੱਸਿਆ ਪੂਰੇ ਦੇਸ਼ ਲਈ ਖੜ ਗਈ ਆ, ਕਿਉਂਕਿ ਜਿਹੜੇ ਗੱਲ ਕਰ ਲਈਏ ਬੀਜੇਪੀ ਸਰਕਾਰ ਦੀ, ਬੀਜੇਪੀ ਸਰਕਾਰ ਨੂੰ ਇਹ ਲੋਕਾਂ ਦਾ, ਇਹਨਾਂ ਦਾ ਬਹੁਤ ਬੜਾ ਸਵਾਲ ਆ। ਲੋਕ ਸਵਾਲ ਕਰਦੇ ਆ ਕਿ ਲੋਕਤੰਤਰ ਜਿਹੜਾ ਆ ਉਹਦਾ ਘਾਣ ਕਿਉਂ ਕੀਤਾ ਜਾ ਰਿਹਾ ਆ, ਕਿਉਂ ਰਾਜਾਂ ਦੇ ਜਿਹੜੇ ਵੱਧ ਅਧਿਕਾਰ ਆ ਉਹਨਾਂ ਨੂੰ ਖੋਇਆ ਜਾ ਰਿਹਾ ਆ, ਕਿਉਂ ਪੰਜਾਬ ਨੂੰ ਜਿਹੜਾ ਆ ਪਹਿਲਾਂ ਹਰਿਆਣਾ ਕੱਢਿਆ, ਹਿਮਾਚਲ ਕੱਢਿਆ, ਰਾਜਸਥਾਨ ਵੀ ਬਹੁਤ ਹਿੱਸਾ ਗਿਆ, ਤੇ ਹੁਣ ਜਿਹੜੀ ਆ ਦੁਬਾਰਾ ਫਿਰ ਜਿਹੜਾ ਆ ਗੱਲ ਕਰ ਲਈਏ ਕਿ BSF ਦਾ ਘੇਰਾ ਪੰਜਾਬ ਵਿੱਚ ਵਧਾਇਆ ਗਿਆ। ਸੋ ਇਹ ਲੋਕਾਂ ਦੇ ਸਵਾਲ ਆ, ਇਹ ਲੋਕਾਂ ਦੇ ਸਵਾਲ ਜਿਹੜੇ ਕੇਂਦਰ ਸਰਕਾਰ ਨੂੰ ਜ਼ਰੂਰ ਦੇਣੇ ਪੈਣੇ ਆ। ਸੋ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਵੀ ਜਿਹੜਾ ਮੋਦੀ ਸਰਕਾਰ ਨੂੰ ਵੀ ਅਪੀਲ ਆ ਕਿ ਉਹਨੂੰ ਕਾਨੂੰਨ ਜਿਹੜੇ ਆ ਵਾਪਸ ਲੈ ਜਾਣੇ ਚਾਹੀਦੇ ਆ, ਕਿਉਂਕਿ ਲੋਕਾਂ ਦੇ ਵਿੱਚ ਜੇ ਗੱਲ ਕਰ ਲਈਏ ਆਉਣ ਵਾਲੇ ਸਮੇਂ ਵਿੱਚ ਹਾਲਾਤ ਜਿਹੜੇ ਆ ਉਹ ਬਹੁਤ ਜ਼ਿਆਦਾ ਹੋਰ ਵੀ ਜਿਹੜੇ ਆ ਵਿਗੜ ਸਕਦੇ ਆ। ਸੋ ਕੈਮਰਾਮੈਨ ਦੀਪ ਦੇ ਨਾਲ ਅਮਨਦੀਪ ਸਿੰਘ ਗੜੀ।